ਹੈਲੋ ਸਟੂਡੈਂਟਸ, ਸਵਾਗਤ ਹੈ ਤੁਹਾਡਾ ਸਾਈ-ਫਾਈ ਸਟੱਡੀ ਦੇ ਉੱਪਰ। ਕੱਲ੍ਹ ਆਪਾਂ ਚੈਪਟਰ ਕੈਮੀਕਲ ਇਕੁਏਸ਼ਨਸ ਕੀਤਾ ਸੀ, ਜੋ ਕਿ ਆਪਣਾ ਚੈਪਟਰ ਕੰਪਲੀਟ ਹੋ ਚੁੱਕਿਆ ਸੀ। ਅੱਜ ਆਪਾਂ ਉਸਦੇ ਕੁਝ MCQ ਡਿਸਕਸ ਕਰਾਂਗੇ। ਤੁਸੀਂ ਸਭ ਨੇ MCQ ਪਹਿਲਾਂ ਖੁਦ ਟਰਾਈ ਕਰਨੇ ਆ, ਆਪਣੇ ਨੰਬਰ ਕਾਊਂਟ ਕਰਨੇ ਆ, ਕਮੈਂਟ ਬਾਕਸ ਦੇ ਵਿੱਚ ਆਪਣੇ ਨੰਬਰ ਜ਼ਰੂਰ ਸ਼ੇਅਰ ਕਰਨੇ ਆ, ਦੈਨ ਤੁਸੀਂ ਆਨਸਰ ਦੇਖਣੇ ਆ। ਹਾਂਜੀ, ਅੱਜ ਦਾ ਆਪਣਾ ਪਹਿਲਾ ਕੁਐਸਚਨ ਹੈ, ਟੀਚਰ ਕਲੀਨਡ ਦਾ ਮੈਗਨੀਸ਼ੀਅਮ ਰਿਬਨ ਵਿਦ ਸੈਂਡ ਪੇਪਰ ਬਿਫੋਰ ਪਰਫੋਰਮਿੰਗ ਐਨ ਐਕਸਪੈਰੀਮੈਂਟ, ਵਾਈ ਡਿਡ ਦਾ ਟੀਚਰ ਡੂ ਦੈਟ। ਇਹਦੇ ਵਿੱਚ ਕੀ ਕਿਹਾ ਹੈ ਕਿ ਇੱਕ ਆਪਣੇ ਕੋਲ ਮੈਗਨੀਸ਼ੀਅਮ ਰਿਬਨ ਹੁੰਦਾ ਹੈ, ਉਹਨੂੰ ਕੀ ਹੈ ਟੀਚਰ ਸਾਫ਼ ਕਰਦਾ ਹੈ, ਉਹਨੂੰ ਕੀ ਹੈ ਜਲਾਉਣ ਤੋਂ ਪਹਿਲਾਂ ਟੀਚਰ ਸਾਫ਼ ਕਰਦਾ ਹੈ। ਕਹਿੰਦੇ ਕਿਉਂ ਸਾਫ਼ ਕਰਦਾ ਹੈ? ਪਹਿਲਾ ਹੈਗਾ ਵੀ ਉਹ ਕੀ ਹੈ ਸਮੂਥ ਬਣ ਜੇ ਰਿਬਨ, ਤਾਂ ਕਰਕੇ ਵੀ ਸਾਫ਼ ਹੋ ਜਾਊਗਾ। ਦੂਸਰਾ ਹੈਗਾ ਵੀ ਉਹ ਲੇਅਰ ਆ ਜਿਹੜੀ ਕਾਰਬਨ ਡਾਈਆਕਸਾਈਡ ਦੀ ਉਹਨੂੰ ਰਿਮੂਵ ਕਰਦੇ। ਤੀਸਰਾ ਹੈਗਾ ਟੂ ਰਿਮੂਵ ਦਾ ਲੇਅਰ ਆਫ ਮੈਗਨੀਸ਼ੀਅਮ ਆਕਸਾਈਡ ਦੀ ਲੇਅਰ ਰਿਮੂਵ ਕਰਦੇ। ਚੌਥਾ ਹੈਗਾ ਕਿ ਸਾਰੇ। ਅਤੇ ਆਪਾਂ ਨੂੰ ਪਤਾ ਹੈ ਕਿ ਜਿਹੜਾ ਮੈਗਨੀਸ਼ੀਅਮ ਰਿਬਨ ਹੈ ਉਹਦੇ ਉੱਪਰ ਕੀ ਹੈ ਮੈਗਨੀਸ਼ੀਅਮ ਦੀ ਇੱਕ ਲੇਅਰ ਬਣ ਜਾਂਦੀ ਹੈ ਮੈਗਨੀਸ਼ੀਅਮ ਆਕਸਾਈਡ ਦੀ, ਤਾਂ ਉਹਨੂੰ ਰਿਮੂਵ ਕਰਨ ਵਾਸਤੇ ਆਪਾਂ ਐਕਸਪੈਰੀਮੈਂਟ ਕਰਨ ਤੋਂ ਪਹਿਲਾਂ ਉਹਨੂੰ ਕੀ ਹੈ ਸੈਂਡ ਪੇਪਰ ਦੇ ਨਾਲ ਸਾਫ਼ ਕਰਦੇ ਹਾਂ। ਤਾਂ ਆਪਣਾ ਕਿਹੜਾ ਆਪਸ਼ਨ ਆਊਗਾ? ਆਪਸ਼ਨ ਨੰਬਰ C ਕੀ ਹੈ ਕਰੈਕਟ ਆਪਸ਼ਨ ਹੈ, ਆਪਸ਼ਨ ਨੰਬਰ C। ਨੈਕਸਟ ਕੁਐਸਚਨ ਹੈਗਾ, ਮੈਗਨੀਸ਼ੀਅਮ ਰਿਬਨ ਬਰਨਸ ਵਿਦ ਡੈਜ਼ਲਿੰਗ ਵਾਈਟ ਫਲੇਮ ਐਂਡ ਚੇਂਜ ਇਨਟੂ ਵਾਈਟ ਪਾਊਡਰ, ਵਾਟ ਇਜ਼ ਦਾ ਵਾਈਟ ਪਾਊਡਰ ਕਾਲਡ। ਕਹਿੰਦੇ ਜਿਹੜਾ ਮੈਗਨੀਸ਼ੀਅਮ ਰਿਬਨ ਹੈ ਜਦੋਂ ਉਹ ਜਲਦਾ ਹੈ, ਮੈਗਨੀਸ਼ੀਅਮ ਰਿਬਨ ਕਿਵੇਂ ਜਲੂਗਾ? ਆਪਾਂ ਨੂੰ ਪਤਾ ਹੈ ਕਿ ਕੋਈ ਵੀ ਚੀਜ਼ ਨੂੰ ਜਲਣ ਦੇ ਲਈ ਕਾਹਦੀ ਜ਼ਰੂਰਤ ਹੁੰਦੀ ਹੈ? ਆਕਸੀਜਨ ਦੀ। ਤਾਂ ਇਹਦੇ ਨਾਲ ਜਲ ਕੇ ਕੀ ਬਣਾਊਗਾ ਆਪਣੇ ਕੋਲ MgO ਬਣਾਊਗਾ। ਇਹ ਕੀ ਹੁੰਦਾ ਹੈ ਮੈਗਨੀਸ਼ੀਅਮ ਆਕਸਾਈਡ। ਇਹਦਾ ਮਤਲਬ ਜਲਣ ਤੋਂ ਬਾਅਦ 'ਚੋਂ ਆਪਣੇ ਕੋਲ ਕੀ ਬਣੂਗਾ ਮੈਗਨੀਸ਼ੀਅਮ ਆਕਸਾਈਡ ਬਣੂਗਾ। ਆਪਸ਼ਨ ਨੰਬਰ D ਕੀ ਹੋ ਜਾਊਗਾ ਆਪਣਾ ਕਰੈਕਟ ਆਪਸ਼ਨ, ਮੈਗਨੀਸ਼ੀਅਮ ਆਕਸਾਈਡ। C ਆਪਸ਼ਨ ਕੀ ਆਪਣਾ ਕਰੈਕਟ ਆਪਸ਼ਨ। ਨੈਕਸਟ ਹੈਗਾ, ਟੀਚਰ ਟੁੱਕ ਜਿੰਕ ਗ੍ਰੈਨੂਅਲਸ ਇਨ ਕੋਨੀਕਲ ਫਲਾਸਕ ਐਂਡ ਐਡ ਹਾਈਡਰੋਕਲੋਰਿਕ ਐਸਿਡ ਟੂ ਇਟ, ਵਿਚ ਗੈਸ ਵਿਲ ਬੀ ਰਿਲੀਜ਼ਡ ਡੂਰਿੰਗ ਦਾ ਕੈਮੀਕਲ ਰਿਐਕਸ਼ਨ। ਕਹਿੰਦੇ ਟੀਚਰ ਨੇ ਕੀ ਕੀਤਾ, ਫਲਾਸਕ ਦੇ ਵਿੱਚ ਜਿੰਕ ਗ੍ਰੈਨੂਅਲਸ ਲਏ, ਜਿੰਕ ਦੇ ਟੁਕੜੇ ਲਏ, ਉਹਦੇ ਵਿੱਚ ਕੀ ਕੀਤਾ HCl ਪਾਇਆ। ਤਾਂ ਆਪਾਂ ਨੂੰ ਪਤਾ ਹੈ ਕਿ ਜਦੋਂ ਇਹ ਰਿਐਕਸ਼ਨ ਕਰਦੇ ਆਪਣੇ ਕੋਲ ਕੀ ਪ੍ਰੋਡਕਟ ਬਣਦਾ ਹੈ ਜਿੰਕ ਕਲੋਰਾਈਡ ਪਲੱਸ ਆਪਣੇ ਕੋਲ ਕੀ ਬਣਦਾ ਹੈ ਹਾਈਡਰੋਜਨ ਗੈਸ, ਜਿੰਕ ਕਲੋਰਾਈਡ ਪਲੱਸ ਹਾਈਡਰੋਜਨ ਗੈਸ। ਤਾਂ ਕਿਹੜੀ ਗੈਸ ਬਣੂਗੀ ਇੱਥੇ? ਆਪਸ਼ਨ ਨੰਬਰ D ਕੀ ਹੈ ਕਰੈਕਟ ਆਪਸ਼ਨ, ਹਾਈਡਰੋਜਨ ਗੈਸ। ਨੈਕਸਟ ਕੁਐਸਚਨ ਹੈਗਾ, ਹਾਊ ਨੇਹਾ ਕੈਨ ਡੈਟਰਮਾਈਨ ਦੈਟ ਕੈਮੀਕਲ ਰਿਐਕਸ਼ਨ ਹੈਜ਼ ਬੀਨ ਹੈਪਨ। ਕਿ ਆਪਾਂ ਨੂੰ ਕਿਵੇਂ ਪਤਾ ਲੱਗੂਗਾ ਕਿ ਕੋਈ ਵੀ ਕੈਮੀਕਲ ਰਿਐਕਸ਼ਨ ਹੋਇਆਗਾ? ਤਾਂ ਇਹਦੀਆਂ 3 ਕੰਡੀਸ਼ਨਾਂ ਹੁੰਦੀਆਂ ਨੇ ਕਿਸੇ ਵੀ ਕੈਮੀਕਲ ਰਿਐਕਸ਼ਨ ਦੇ ਵਿੱਚ। ਫਸਟ ਹੈਗਾ ਵੀ ਉਹਦੀ ਸਟੇਟ ਚੇਂਜ ਹੋ ਸਕਦੀ ਹੈ, ਯਾਨੀ ਕਿ ਉਹ ਕੀ ਹੈ ਸੋਲਿਡ ਤੋਂ ਲਿਕੁਇਡ ਬਣ ਸਕਦਾ ਹੈ, ਲਿਕੁਇਡ ਤੋਂ ਗੈਸ ਬਣ ਸਕਦਾ ਹੈ, ਗੈਸ ਤੋਂ ਸੋਲਿਡ ਬਣ ਸਕਦਾ ਹੈ। ਇਸ ਤਰ੍ਹਾਂ ਦੀ ਕੋਈ ਵੀ ਸਟੇਟ ਚੇਂਜ ਹੋ ਸਕਦੀ ਹੈ। ਸੈਕਿੰਡ ਹੈਗਾ ਕਲਰ ਚੇਂਜ, ਜਿਹੜੀ ਵੀ ਕੈਮੀਕਲ ਰਿਐਕਸ਼ਨ ਹੋਊਗੀ ਉਹਦੇ ਵਿੱਚ ਕਲਰ ਚੇਂਜ ਹੋ ਸਕਦੇ ਹੈ। ਥਰਡ ਹੈਗਾ ਉਹਦੇ ਵਿੱਚ ਕੋਈ ਵੀ ਜਿਹੜੀ ਗੈਸ ਹੈ ਉਹ ਪ੍ਰੋਡਿਊਸ ਹੋ ਸਕਦੀ ਹੈ, ਜਿਵੇਂ ਆਪਾਂ ਲਾਸਟ ਰਿਐਕਸ਼ਨ ਦੇ ਵਿੱਚ ਕਰਿਆ ਵੀ ਹਾਈਡਰੋਜਨ ਗੈਸ ਬਣੀ ਸੀ। ਤਾਂ ਇਹਦਾ ਮਤਲਬ ਇਹ ਤਿੰਨੇ ਚੀਜ਼ਾਂ ਹੋ ਸਕਦੀਆਂ ਨੇ। ਤਾਂ ਆਨਸਰ ਕੀ ਹੋਊਗਾ ਆਲ ਆਫ ਦੀ ਅਬਵ, ਕਿ ਤਿੰਨੇ ਚੀਜ਼ਾਂ ਨੇ ਜਿਹੜੀਆਂ ਕੈਮੀਕਲ ਰਿਐਕਸ਼ਨ ਦੀ ਇੰਡੀਕੇਸ਼ਨ ਕਰਦੀਆਂ ਨੇ। ਨੈਕਸਟ ਕੁਐਸਚਨ ਹੈ, ਹਰਮੀਤ ਨੋਟਿਸ ਦੈਟ ਹਿਜ਼ ਸਿਲਵਰ ਬੈਂਗਲਸ ਹੈਜ਼ ਟਰਨ ਬਲੈਕ, ਕੈਨ ਯੂ ਟੈਲ ਦਾ ਰੀਜ਼ਨ ਫॉर ਦਿਸ। ਕਹਿੰਦੇ ਜਿਹੜੀਆਂ ਉਹਦੀਆਂ ਸਿਲਵਰ ਕਲਰ ਦੀਆਂ ਬੈਂਗਲਸ ਸੀਆਂ, ਚੂੜੀਆਂ ਸੀ ਚਾਂਦੀ ਦੀਆਂ, ਉਹ ਕੀ ਹੈ ਕਾਲੀਆਂ ਹੋ ਗਈਆਂ ਨੇ। ਤਾਂ ਉਹਦਾ ਕੀ ਕਾਰਨ ਹੋ ਸਕਦਾ ਹੈ? ਆਪਾਂ ਨੇ ਪੜ੍ਹਿਆ ਸੀਗਾ ਕ੍ਰਿਜ਼ਨ ਬਾਰੇ। ਕ੍ਰਿਜ਼ਨ ਦੇ ਵਿੱਚ ਕੀ ਹੁੰਦਾ ਸੀ, ਕੋਈ ਵੀ ਮੈਟਲ ਆ ਜਿਹੜੀ ਉਹਦੇ 'ਤੇ ਕਿਸੇ ਹੋਰ ਚੀਜ਼ ਦੀ ਪਰਤ ਚੜ੍ਹ ਜਾਂਦੀ ਸੀ ਕ੍ਰਿਜ਼ਨ ਹੋਣ ਕਰਕੇ। ਇਹਦੇ ਵਿੱਚ ਆਪਾਂ ਇੱਕ ਸਪੈਸ਼ਲ ਟਾਈਪ ਵੀ ਪੜ੍ਹੀ ਸੀ ਰਸਟਿੰਗ। ਰਸਟਿੰਗ ਕਦੋਂ ਹੁੰਦੀ ਸੀ? ਜਦੋਂ ਆਪਾਂ ਲੋਹੇ ਦੀ ਗੱਲ ਕਰਦੇ ਸੀ, ਪਰ ਲੋਹੇ ਨੂੰ ਛੱਡ ਕੇ ਜਦੋਂ ਬਾਕੀ ਚੀਜ਼ਾਂ ਦੀ ਗੱਲ ਕਰਾਂਗੇ ਤਾਂ ਉਹਨੂੰ ਆਪਾਂ ਕਹਿੰਦੇ ਸੀ ਕ੍ਰਿਜ਼ਨ। ਇਹਦਾ ਮਤਲਬ ਆਪਸ਼ਨ B ਕੀ ਹੈ ਕਰੈਕਟ ਹੈ, ਡਿਊ ਟੂ ਕ੍ਰਿਜ਼ਨ। ਕੁਐਸਚਨ ਨੰਬਰ 6, ਸ਼ਾਲੂ observed that packet of chips are inflated. Teacher told that packet of chips are filled with a specific gas. Name the gas. ਕਿ ਸ਼ਾਲੂ ਹੈ ਜਿਹੜੀ ਉਹ ਓਬਜ਼ਰਵ ਕਰਦੀ ਹੈ ਕਿ ਜਿਹੜੇ ਚਿਪਸ ਦੇ ਪੈਕਟ ਨੇ ਉਹ ਕੀ ਫੁੱਲੇ ਹੁੰਦੇ ਆ, ਉਹਨਾਂ ਦੇ ਵਿੱਚ ਕਹਿੰਦਾ ਕੋਈ ਗੈਸ ਭਰੀ ਹੁੰਦੀ ਹੈ। ਉਹ ਸੋਚਦੀ ਹੈ ਕਿਹੜੀ ਗੈਸ ਭਰੀ ਹੁੰਦੀ ਹੈ? ਆਪਾਂ ਪੜ੍ਹਿਆ ਸੀ ਕਿ ਚਿਪਸ ਵਗੈਰਾ ਦੇ ਪੈਕਟਾਂ ਦੇ ਵਿੱਚ ਇੱਕ ਗੈਸ ਭਰੀ ਹੁੰਦੀ ਹੈ ਜਿਹੜੀ ਉਹਨਾਂ ਨੂੰ ਖਰਾਬ ਹੋਣ ਤੋਂ ਬਚਾਉਂਦੀ ਹੈ। ਕਿਹੜੀ ਗੈਸ ਹੁੰਦੀ ਹੈ? ਨਾਈਟ੍ਰੋਜਨ। ਤੁਸੀਂ ਐਜ਼ ਇਟ ਯਾਦ ਕਰਨਾ ਕਿਹੜੀ ਗੈਸ ਹੁੰਦੀ ਹੈ? ਨਾਈਟ੍ਰੋਜਨ। ਨੈਕਸਟ ਹੈਗਾ, ਟੀਚਰ ਟੋਲਡ ਮੋਹਿਨੀ ਅਬਾਊਟ ਦਾ ਇੰਪੋਰਟੈਂਸ ਆਫ ਬੈਲੈਂਸਡ ਕੈਮੀਕਲ ਇਕੁਏਸ਼ਨਸ, ਵਿਚ ਅਮੋਂਗ ਦਾ ਫੋਲੋਇੰਗ ਇਜ਼ ਬੈਲੈਂਸਡ ਕੈਮੀਕਲ ਇਕੁਏਸ਼ਨ।
ਆਪਾਂ ਕੱਲ ਪੜ੍ਹਿਆ ਸੀ ਕਿ ਇਕੁਏਸ਼ਨਾਂ ਨੂੰ ਬੈਲੈਂਸ ਕਰਨ ਬਾਰੇ। ਹੁਣ ਆਪਾਂ ਨੇ ਇਹਨਾਂ ਦੇ ਵਿੱਚੋਂ ਦੇਖਣਾ ਹੈ ਕਿ ਕਿਹੜੀ ਇਕੁਏਸ਼ਨ ਬੈਲੈਂਸ ਹੈ, ਕਿਹੜੀ ਨਹੀਂ ਬੈਲੈਂਸ। ਆਪਾਂ ਫਸਟ ਇਕੁਏਸ਼ਨ ਦੇਖਦੇ ਹਾਂ। ਫਸਟ ਇਕੁਏਸ਼ਨ ਦੇ ਵਿੱਚ ਆਪਾਂ ਵੀ ਦੇਖਾਂਗੇ ਰਿਐਕਟੈਂਟ ਪ੍ਰੋਡਕਟ। ਤਾਂ ਆਪਣੇ ਕੋਲੇ ਚੀਜ਼ਾਂ ਕੀ ਕੀ ਨੇ, ਇੱਕ Mg ਹੈ, ਇੱਕ ਆਪਣੇ ਕੋਲੇ ਕੀ ਹੈ O ਹੈ। ਅਤੇ ਰਿਐਕਟੈਂਟ ਵਾਲੀ ਸਾਈਡ ਦੇਖਦੇ ਹਾਂ ਆਪਾਂ, Mg ਕਿੰਨਾ ਦਿੱਤਾ ਹੋਇਆ ਆਪਾਂ ਨੂੰ, ਇੱਕ ਵਾਰ ਦਿੱਤਾ ਹੋਇਆ। ਪ੍ਰੋਡਕਟ ਵਾਲੀ ਸਾਈਡ ਵੀ ਕਿੰਨੇ ਵਾਰੀ ਹੈ, ਇੱਕ ਵਾਰੀ ਹੈ। ਆਕਸੀਜਨ ਨੇ ਜਿਹੜੇ, ਰਿਐਕਟੈਂਟ ਵਾਲੀ ਸਾਈਡ ਕਿੰਨੇ ਹੈ, 2 ਹੈ। ਪ੍ਰੋਡਕਟ ਵਾਲੀ ਸਾਈਡ ਕਿੰਨੇ ਹੈ, 1 ਹੈ। ਇਹਦਾ ਮਤਲਬ ਇਹ ਇਕੁਏਸ਼ਨ ਕੀ ਹੈ, ਬੈਲੈਂਸ ਨਹੀਂ ਹੈਗੀ। ਤਾਂ ਇਹ ਆਪਣਾ ਆਪਸ਼ਨ ਨਹੀਂ ਹੋ ਸਕਦਾ। ਨੈਕਸਟ ਆਪਸ਼ਨ ਦੇਖਦੇ ਹਾਂ ਆਪਾਂ, ਕੀ ਆਪਣੇ ਕੋਲੇ ਫੈਰਿਕ ਹੈ ਅਤੇ ਆਪਣੇ ਕੋਲੇ ਹਾਈਡਰੋਜਨ ਹੈ, ਆਕਸੀਜਨ ਹੈ। ਫਿਰ ਆਪਾਂ ਦੇਖਦੇ ਹਾਂ ਰਿਐਕਟੈਂਟ ਅਤੇ ਪ੍ਰੋਡਕਟ ਦੇ ਵਿੱਚ। ਫੈਰਿਕ ਰਿਐਕਟੈਂਟ ਦੇ ਵਿੱਚ ਕਿੰਨੇ ਵਾਰੀ ਹੈ, 1 ਵਾਰੀ ਹੈ। ਅਤੇ ਫੈਰਿਕ ਪ੍ਰੋਡਕਟ ਦੇ ਵਿੱਚ ਕਿੰਨੇ ਵਾਰੀ ਹੈ, 3 ਵਾਰੀ ਹੈ। ਇਹਦਾ ਮਤਲਬ ਆਪਾਂ ਨੂੰ ਇੱਥੋਂ ਹੀ ਪਤਾ ਲੱਗ ਗਿਆ ਕਿ ਇਹ ਬੈਲੈਂਸ ਨਹੀਂ ਹੈਗੀ। ਨੈਕਸਟ ਆਪਾਂ ਦੇਖਦੇ ਹਾਂ ਆਪਸ਼ਨ ਨੰਬਰ CO ਹੈ ਪਲੱਸ ਕੀ ਹੈ, ਹਾਈਡਰੋਜਨ ਹੈ। ਤਾਂ ਆਪਣੇ ਕੋਲ ਕਿਹੜੇ ਕਿਹੜੇ ਹੋ ਗਏ, ਕਾਰਬਨ, ਆਕਸੀਜਨ ਅਤੇ ਹਾਈਡਰੋਜਨ। ਪਹਿਲਾਂ ਆਪਾਂ ਰਿਐਕਟੈਂਟ 'ਚ ਦੇਖਾਂਗੇ, ਫਿਰ ਪ੍ਰੋਡਕਟ ਵਿੱਚ ਦੇਖਾਂਗੇ। ਰਿਐਕਟੈਂਟ 'ਚ ਕਾਰਬਨ ਕਿੰਨੇ ਵਾਰੀ ਹੈ, 1 ਵਾਰੀ ਹੈ। ਪ੍ਰੋਡਕਟ 'ਚ ਕਿੰਨੇ ਵਾਰੀ ਹੈ, 1 ਵਾਰ। ਆਕਸੀਜਨ ਰਿਐਕਟੈਂਟ 'ਚ 1 ਵਾਰੀ ਹੈ, ਪ੍ਰੋਡਕਟ 'ਚ ਕਿੰਨੇ ਵਾਰੀ ਹੈ, 1। ਦੈਨ ਹਾਈਡਰੋਜਨ ਕਿੰਨੀ ਵਾਰੀ ਹੈ, 4। ਇੱਧਰ ਵੀ ਕਿੰਨੇ ਵਾਰੀ ਹੈ, 4। ਇਹਦਾ ਮਤਲਬ ਇਹ ਕੀ ਹੈ, ਪ੍ਰੋਪਰ ਬੈਲੈਂਸ ਹੈ। ਰਿਐਕਟੈਂਟ ਵਾਲੀ ਸਾਈਡ ਵੀ ਸੇਮ ਨੰਬਰ ਨੇ, ਪ੍ਰੋਡਕਟ ਵਾਲੀ ਸਾਈਡ ਵੀ ਸੇਮ ਨੰਬਰ ਨੇ। ਇਹਦਾ ਮਤਲਬ ਆਪਣਾ ਕੀ ਹੋ ਗਿਆ, ਆਪਸ਼ਨ ਨੰਬਰ C ਕਰੈਕਟ। ਇਹ ਕੀ ਹੈ, ਪ੍ਰੋਪਰ ਬੈਲੈਂਸਡ ਇਕੁਏਸ਼ਨ ਹੈ। ਇਹ ਵੀ ਕੀ ਹੈ, ਇੰਪਰੋਪਰ ਤੁਸੀਂ ਦੇਖੋਗੇ ਵੀ ਬੈਲੈਂਸ ਨਹੀਂ ਹੈਗੀ। ਨੈਕਸਟ ਹੈਗਾ, ਟੂਡੇ ਰੋਹਿਤ ਸਟੱਡੀ ਦੈਟ in some chemical reactions there is evaluation of heat along with the product due to which the reaction mixture become hot. What type of reaction is? ਕਈ ਵਾਰੀ ਆਪਾਂ ਦੇਖਦੇ ਹਾਂ ਕਿ ਆਪਾਂ ਕੋਈ ਮਿਕਸਚਰ ਬਣਾਉਣੇ ਆ, ਜਦੋਂ ਉਹਨਾਂ ਨੂੰ ਆਪਾਂ ਘੋਲਦੇ ਹਾਂ ਤਾਂ ਉਹ ਕੀ ਹੋ ਜਾਂਦਾ, ਗਰਮ ਹੋ ਜਾਂਦਾ। ਜਿਸ ਤਰ੍ਹਾਂ ਨਾਲ ਕਿ ਆਪਾਂ ਕੰਸਨਟ੍ਰੇਟਡ HCl ਦੇ ਵਿੱਚ ਵਾਟਰ ਪਾਈਏ ਤਾਂ ਜਿਹੜਾ ਬੀਕਰ ਹੋਊਗਾ ਉਹ ਗਰਮ ਹੋ ਜਾਊਗਾ। ਤਾਂ ਕਹਿੰਦੇ ਗਰਮ ਕਾਹਦੇ ਕਰਕੇ ਹੁੰਦਾ, ਜਿਹੜੀ ਹੀਟ ਇਵੋਲਵ ਹੋਈ ਆ ਉਹਦੇ ਕਰਕੇ ਹੁੰਦਾ। ਜਿਹੜੀਆਂ ਰਿਐਕਸ਼ਨਾਂ ਦੇ ਵਿੱਚ ਹੀਟ ਬਾਹਰ ਨਿਕਲਦੀ ਹੈ ਉਹਨੂੰ ਆਪਾਂ ਕੀ ਕਹਿੰਦੇ ਆਂਗੇ, ਐਗਜ਼ੋਥਰਮਿਕ ਰਿਐਕਸ਼ਨਸ, ਯਾਨੀ ਕਿ ਤਾਪ ਨਿਕਾਸੀ ਕਿਰਿਆਵਾਂ। ਜਿਨ੍ਹਾਂ ਦੇ ਵਿੱਚ ਹੀਟ ਇਵੋਲਵ ਹੁੰਦੀ ਹੈ, ਬਾਹਰ ਨਿਕਲਦੀ ਹੈ, ਉਹ ਹੁੰਦੀਆਂ ਨੇ ਤਾਪ ਨਿਕਾਸੀ ਕਿਰਿਆਵਾਂ। ਜਿਨ੍ਹਾਂ ਦੇ ਵਿੱਚ ਹੀਟ ਅਬਜ਼ਰਵ ਹੁੰਦੀ ਹੈ, ਲਈ ਜਾਂਦੀ ਹੈ, ਉਹ ਹੁੰਦੀਆਂ ਨੇ ਤਾਪ ਸੋਖੀ ਕਿਰਿਆਵਾਂ। ਨੈਕਸਟ ਹੈਗਾ ਕੁਐਸਚਨ ਨੰਬਰ 9, ਨਿੱਕੀਜ਼ ਫਾਦਰ ਗੋਟ ਹਿਜ਼ ਹਾਊਸ ਵਾਈਟ ਵਾਸ਼ਡ। ਕਿ ਉਹਨਾਂ ਨੇ ਕੀ ਘਰ ਦੇ ਉੱਪਰ ਸਫੈਦੀ ਕਰਾਈ, ਸਫੈਦ ਰੰਗ ਕਰਵਾਇਆ ਸੀ ਉਹਨਾਂ ਨੇ। ਤਾਂ ਕਹਿੰਦੇ 3 ਦਿਨਾਂ ਬਾਅਦ ਉਹ ਦੇਖਦੇ ਆ ਕਿ ਕੀ ਹੁੰਦਾ ਵੀ ਉਹਦੇ ਕੀ ਆ, ਸ਼ਾਈਨਿੰਗ ਪਰਤ ਆ ਜਾਂਦੀ ਹੈ ਉੱਪਰ। ਕਾਹਦੇ ਕਰਕੇ ਆ ਜਾਂਦੀ ਆ, ਆਪਾਂ ਨੂੰ ਪਤਾ ਹੈ ਕਿ ਜਿਹੜਾ ਕੈਲਸ਼ੀਅਮ ਕਾਰਬੋਨੇਟ ਹੈ ਉਹਨੂੰ ਆਪਾਂ ਵਾਈਟਨਿੰਗ ਦੇ ਵਿੱਚ ਯੂਜ਼ ਕਰਦੇ ਹਾਂ। ਇਹਦਾ ਮਤਲਬ ਕੀ ਹੋਗਾ, ਆਪਸ਼ਨ ਨੰਬਰ A ਡਿਊ ਟੂ ਦ ਫਾਰਮੇਸ਼ਨ ਆਫ ਕੈਲਸ਼ੀਅਮ ਕਾਰਬੋਨੇਟ, CaCO3 ਕੈਲਸ਼ੀਅਮ ਕਾਰਬੋਨੇਟ। ਨੈਕਸਟ ਹੈਗਾ ਕੁਐਸਚਨ ਨੰਬਰ 10, ਪਲਕ ਲਰਨਡ ਡੀਕੰਪੋਜੀਸ਼ਨ ਆਫ ਵੈਜੀਟੇਬਲ ਮੈਟਰ ਇਨਟੂ ਕੰਪੋਸਟ ਇਜ਼ ਐਨ ਐਗਜ਼ਾਮਪਲ ਆਫ ਕੈਮੀਕਲ ਰਿਐਕਸ਼ਨ। ਕਿ ਜਦੋਂ ਆਪਾਂ ਕੀ ਕਰਦੇ ਹਾਂ, ਜਿਵੇਂ ਆਪਾਂ ਸਾਰੀਆਂ ਵੈਜੀਟੇਬਲ ਵਗੈਰਾ ਜਿਹੜੀ ਖਾਦ ਰਹਿੰਦ ਖੂੰਦ ਬਚੀ ਹੁੰਦੀ ਹੈ ਆਪਣੇ ਕਿਚਨ ਦੇ ਵਿੱਚ, ਉਹਨੂੰ ਆਪਾਂ ਇਕੱਠੇ ਕਰਕੇ ਮਿੱਟੀ ਪੁੱਟ ਕੇ ਟੋਏ ਦੇ ਵਿੱਚ ਪਾ ਦਈਏ ਅਤੇ ਉਹਨੂੰ ਉੱਪਰੋਂ ਢੱਕ ਦਈਏ। ਥੋੜ੍ਹੇ ਦਿਨਾਂ ਬਾਅਦ ਆਪਾਂ ਦੇਖਾਂਗੇ ਕਿ ਉਹਦੇ ਵਿੱਚ ਕੀ ਬਣ ਜੂ, ਇੱਕ ਕੰਪੋਜ਼ਿਟ, ਇੱਕ ਖਾਦ ਤਿਆਰ ਹੋ ਜੂਗੀ। ਤਾਂ ਕਹਿੰਦੇ ਜਿਹੜਾ ਇਹ ਕੈਮੀਕਲ ਰਿਐਕਸ਼ਨ ਹੋਇਆ ਇਹ ਕਿਸ ਤਰ੍ਹਾਂ ਦਾ ਰਿਐਕਸ਼ਨ ਹੈ। ਆਪਾਂ ਨੂੰ ਪਤਾ ਹੈ ਕਿ ਜਦੋਂ ਆਪਾਂ ਨੂੰ ਪੁੱਟ ਕੇ ਦੇਖਾਂਗੇ ਤਾਂ ਉਹਦੇ ਵਿੱਚ ਆਪਾਂ ਨੂੰ ਗਰਮੈਸ਼ ਜੀ ਮਹਿਸੂਸ ਹੋਊ, ਗਰਮੀ ਮਹਿਸੂਸ ਹੋਊਗੀ। ਤਾਂ ਇਹਦਾ ਮਤਲਬ ਉਹਦੇ ਵਿੱਚੋਂ ਖਾਦ ਦੇ ਨਾਲ ਨਾਲ ਕੀ ਬਣੀ ਹੈ, ਹੀਟ ਵੀ ਬਣੀ ਹੈ। ਤਾਂ ਹੀਟ ਜਿਹਦੇ ਵਿੱਚ ਹੁੰਦੀ ਹੈ ਇਵੈਲੂਏਸ਼ਨ, ਉਹ ਕਿਹੜੇ ਰਿਐਕਸ਼ਨਸ ਹੁੰਦੇ ਹੈ, ਐਗਜ਼ੋਥਰਮਿਕ, ਯਾਨੀ ਕਿ ਤਾਪ ਨਿਕਾਸੀ। ਕੁਐਸਚਨ ਨੰਬਰ 11, ਸੁਸ਼ੀਲ ਲਰਨ ਫਰੋਮ ਹਿਜ਼ ਟੀਚਰ that when calcium carbonate is heated up it break down into calcium oxide and carbon dioxide. what type of reaction is? ਆਪਾਂ ਨੇ ਪੜ੍ਹਿਆ ਸੀ ਕਿ ਜਦੋਂ ਇੱਕ ਚੀਜ਼ ਕੀ ਲਿਆ ਇਹਨਾਂ ਨੇ, ਕੈਲਸ਼ੀਅਮ ਕਾਰਬੋਨੇਟ ਦਾ ਫਾਰਮੂਲਾ ਦੇਖੋ, ਉਹ ਤੋਂ ਕੀ ਬਣ ਗਿਆ ਆਪਣੇ ਕੋਲੇ, ਕੈਲਸ਼ੀਅਮ ਆਕਸਾਈਡ ਪਲੱਸ ਕਾਰਬਨ ਡਾਈਆਕਸਾਈਡ। 2 ਚੀਜ਼ਾਂ ਬਣੀਆਂ ਨੇ। ਆਪਾਂ ਨੂੰ ਪਤਾ ਹੈ ਕਿ ਜਦੋਂ ਇੱਕ ਚੀਜ਼ ਤੋਂ 2 ਚੀਜ਼ਾਂ ਬਣਦੀਆਂ ਨੇ ਤਾਂ ਉਹਨੂੰ ਆਪਾਂ ਕਹਿੰਦੇ ਹਾਂ ਅਪਘਟਨ ਕਿਰਿਆ। ਅਪਘਟਨ ਕਿਰਿਆ ਕਿਹੜੀ ਹੁੰਦੀ ਹੈ, ਡੀਕੰਪੋਜੀਸ਼ਨ ਰਿਐਕਸ਼ਨ।
ਤਾਂ ਆਪਣਾ ਕੀ ਹੋਊਗਾ ਆਂਸਰ ਨੰਬਰ ਏ ਡੀਕੰਪੋਜੀਸ਼ਨ ਰਿਐਕਸ਼ਨ, ਅਪਘਟਨ ਕਿਰਿਆ। ਨੈਕਸਟ ਕੁਐਸਚਨ ਹੈਗਾ ਪੁੱਟ 1 ਗ੍ਰਾਮ ਕਾਪਰ ਪਾਊਡਰ ਇਨ ਚਾਈਨਾ ਡਿਸ਼ ਐਂਡ ਹੀਟ ਇਟ ਅਪ। ਕਾਪਰ ਦਾ ਪਾਊਡਰ ਲਿਆ ਅਤੇ ਉਹਨੂੰ ਆਪਾਂ ਨੇ ਹੀਟ ਕਰਨ ਲੱਗੇ। ਆਪਾਂ ਨੇ ਕੀ ਓਬਜ਼ਰਵ ਕੀਤਾ ਹੀਟ ਕਰਕੇ ਕਿ ਜਿਹੜਾ ਕਾਪਰ ਦਾ ਕਲਰ ਕਿਸ ਤਰ੍ਹਾਂ ਚੇਂਜ ਹੋਊਗਾ। ਕਾਪਰ ਦਾ ਜਿਹੜਾ ਕੀ ਹੈ ਕਲਰ ਹੈ, ਕਾਪਰ ਪਾਊਡਰ ਕਨਵਰਟ ਇਨਟੂ ਬਲੂ ਕਲਰਡ ਕਾਪਰ ਆਕਸਾਈਡ। ਕੀ ਬਣ ਜੂਗਾ ਆਪਣੇ ਕੋਲੇ ਕਾਪਰ ਆਕਸਾਈਡ। ਕੁਐਸਚਨ ਨੰਬਰ 13 ਜਿਹੜੀ ਆਪਣੇ ਕੋਲ ਹੈਗਾ ਰੰਜਨਾ ਗੋਟ ਸਵੀਟਸ ਔਨ ਦਾ ਓਸ਼ਨ ਆਫ ਮੈਰੀਜ਼ ਬਟ ਆਫਟਰ 2 days ਸਵੀਟਸ ਗੇਵ ਫਾਊਲ ਸਮੈਲ। ਕਿ ਰੰਜਨਾ ਨੂੰ ਕੀ ਹੈ ਵਿਆਹ ਦੇ ਉੱਪਰ ਮਿਠਾਈਆਂ ਮਿਲਦੀਆਂ ਨੇ ਤਾਂ ਉਹ ਦੇਖਦੀ ਹੈ ਕਿ 2-3 ਦਿਨਾਂ ਬਾਅਦ ਮਿਠਾਈਆਂ ਨੇ ਜਿਹੜੀਆਂ ਉਹ ਖਰਾਬ ਹੋ ਜਾਂਦੀਆਂ ਨੇ। ਆਪਾਂ ਨੇ ਪੜ੍ਹਿਆ ਸੀਗਾ ਕਿ ਇੱਕ ਪ੍ਰੋਸੈਸ ਸੀ ਆਪਣੇ ਕੋਲ ਰੈਂਜਿਡਿਟੀ, ਜਿਹਨੂੰ ਆਪਾਂ ਕਹਿੰਦੇ ਸੀ ਦੁਰਗੰਧਤਾ। ਤਾਂ ਦੁਰਗੰਧਤਾ ਦੇ ਕਰਕੇ ਖਾਣ ਵਾਲੀਆਂ ਚੀਜ਼ਾਂ ਖਰਾਬ ਹੋ ਜਾਂਦੀਆਂ ਨੇ। ਉਹਦੇ ਵਿੱਚ ਹੁੰਦਾ ਕੀ ਹੈ ਚੀਜ਼ਾਂ ਦਾ ਕੀ ਹੈ ਆਕਸੀਕਰਨ ਹੋ ਜਾਂਦਾ। ਆਕਸੀਕਰਨ ਕੀ ਹੁੰਦਾ ਕਿ ਆਕਸੀਜਨ ਦੇ ਨਾਲ ਕਿਰਿਆ ਕਰ ਜਾਂਦੀਆਂ ਨੇ। ਤਾਂ ਆਕਸੀਕਰਨ ਨੂੰ ਆਪਾਂ ਕੀ ਕਹਿੰਦੇ ਆ ਆਕਸੀਡੇਸ਼ਨ। ਇਹਦਾ ਮਤਲਬ ਜਿਹੜੀਆਂ ਸਵੀਟਸ ਨੇ ਉਹ ਕਿਉਂ ਖਰਾਬ ਹੋ ਗਈਆਂ ਡਿਊ ਟੂ ਆਕਸੀਡੇਸ਼ਨ ਆਫ ਫੈਟ ਆਇਲਸ, ਡਿਊ ਟੂ ਆਕਸੀਡੇਸ਼ਨ ਆਫ ਫੈਟ ਐਂਡ ਆਇਲਸ। Question number 14 Sikandar was reading about the decomposition reaction. He read that decomposition reaction is known as opposite of। decomposition ਦੇ ਵਿੱਚ ਕੀ ਹੁੰਦਾ ਇੱਕ ਚੀਜ਼ ਟੁੱਟ ਕੇ ਦੋ ਜਾਂ ਦੋ ਤੋਂ ਵੱਧ ਚੀਜ਼ਾਂ ਬਣਾਉਂਦੀ ਹੈ। ਜਿਵੇਂ ਆਪਾਂ ਪਿੱਛੇ ਰਿਐਕਸ਼ਨ ਪੜ੍ਹਿਆ ਕਿ ਕੈਲਸ਼ੀਅਮ ਕਾਰਬੋਨੇਟ ਕਿਹਦੇ ਵਿੱਚ ਟੁੱਟਿਆ ਸੀ ਕੈਲਸ਼ੀਅਮ ਆਕਸਾਈਡ ਪਲੱਸ ਕਾਰਬਨ ਡਾਈਆਕਸਾਈਡ। ਇਹ ਕੀ ਹੈ ਡੀਕੰਪੋਜੀਸ਼ਨ। ਇਹਦਾ ਉਲਟਾ ਕੀ ਹੋਊਗਾ ਕਿ ਦੋ ਚੀਜ਼ਾਂ ਮਿਲ ਕੇ ਇੱਕ ਚੀਜ਼ ਬਣਾ ਦੇਣ, ਦੋ ਚੀਜ਼ਾਂ ਮਿਲ ਕੇ ਇੱਕ ਚੀਜ਼ ਬਣਾ ਦੇਣ। ਤਾਂ ਉਲਟਾ ਕੀ ਹੋਊਗਾ ਸੰਯੋਜਨ ਕਿਰਿਆ ਕਿ ਦੋ ਚੀਜ਼ਾਂ ਜੁੜੀਆਂ ਇੱਕ ਚੀਜ਼ ਬਣ ਗਈ। ਉਹ ਤੋਂ ਕੀ ਆਊਗਾ ਕੰਬੀਨੇਸ਼ਨ ਰਿਐਕਸ਼ਨਸ। ਕੰਬੀਨੇਸ਼ਨ ਮਤਲਬ ਜੁੜਨਾ ਸੰਯੋਜਨ ਹੋਣਾ। ਨੈਕਸਟ ਹੈਗਾ ਰੀਟਾ ਵੈਂਟ ਟੂ ਕਿਚਨ ਫॉर ਕੁਕੀਜ਼। ਸ਼ੀ ਪਿਕਡ ਅ ਬੋਟਲ ਆਫ oil which was in the kitchen since a long time. She noticed some bad odor when she smelled it. Which reaction is responsible for this bad odor? ਆਪਾਂ ਪਿੱਛੇ ਪੜ੍ਹਿਆ ਕਿ ਰੈਂਜਿਡਿਟੀ ਹੁੰਦੀ ਹੈ। ਰੈਂਜਿਡਿਟੀ ਕਰਕੇ ਖਾਣ ਵਾਲੀਆਂ ਚੀਜ਼ਾਂ ਜਿਹੜੀਆਂ ਨੇ ਖਰਾਬ ਹੋ ਜਾਂਦੀਆਂ ਨੇ। ਤਾਂ ਰੈਂਜਿਡਿਟੀ ਹੁੰਦੀ ਕਾਹਦੇ ਕਰਕੇ ਹੈ ਆਕਸੀਜਨ ਨਾਲ ਕਿਰਿਆ ਕਰਨ ਕਰਕੇ। ਆਕਸੀਜਨ ਨਾਲ ਕਿਰਿਆ ਕੀ ਹੁੰਦੀ ਹੈ ਆਕਸੀਡੇਸ਼ਨ। ਤੇ ਇਹਦਾ ਆਂਸਰ ਕੀ ਹੋਗਾ ਆਪਸ਼ਨ ਨੰਬਰ ਸੀ ਇਜ਼ ਕਰੈਕਟ ਆਂਸਰ। Question number 16 Roy's teacher taught him that hydrogen and oxygen are present in specific ratio of atomic mass in water। ਤਾਂ ਆਪਾਂ ਨੇ ਦੱਸਣਾ ਕਿ ਉਹਦੀ ਰੇਸ਼ੋ ਕੀ ਸੀ ਕਿ ਵਾਟਰ ਦੀ ਰੇਸ਼ੋ ਕੀ ਹੈ। ਆਪਾਂ ਨੂੰ ਵਾਟਰ ਦਾ ਫਾਰਮੂਲਾ ਪਤਾ ਕੀ ਹੁੰਦਾ H2O। ਹਾਈਡਰੋਜਨ ਦਾ ਮਾਸ ਕਿੰਨਾ ਹੁੰਦਾ ਹੈ 1 ਹੁੰਦਾ ਹੈ। ਆਕਸੀਜਨ ਦਾ ਕਿੰਨਾ ਹੁੰਦਾ ਹੈ 16 ਹੁੰਦਾ ਹੈ। ਤਾਂ ਹਾਈਡਰੋਜਨ ਕਿੰਨੇ ਨੇ ਇੱਥੇ ਆਪਣੇ ਕੋਲ 2 ਨੇ, ਮਾਸ 2 ਹੋ ਗਿਆ। ਆਕਸੀਜਨ ਦਾ ਕਿੰਨਾ 16 ਹੈ। ਜਦੋਂ ਆਪਾਂ ਕੱਟ ਕਰਾਂਗੇ ਤਾਂ ਆਪਣੇ ਕੋਲ ਕੀ ਆ ਜਾਊਗਾ 1:8। ਹਾਈਡਰੋਜਨ ਕਿਹੜੀ ਰੇਸ਼ੋ ਦੇ ਵਿੱਚ ਵਾਟਰ ਕਿਹੜੀ ਰੇਸ਼ੋ 'ਚ ਪ੍ਰੈਜ਼ੈਂਟ ਹੁੰਦਾ ਹੈ 1:8। ਇਹੀ ਸਾਰੇ ਕੁਐਸਚਨ ਨੇ ਜਿਹੜੇ ਪੰਜਾਬੀ ਦੇ ਵਿੱਚ ਨੇ। ਤੁਸੀਂ ਖੁਦ ਟਰਾਈ ਕਰ ਸਕਦੇ ਹੋ। ਸੇਮ ਕੁਐਸਚਨਸ ਨੇ ਪੰਜਾਬੀ ਦੇ ਵਿੱਚ। ਨੈਕਸਟ ਆਪਣੇ ਕੋਲ ਹੈਗਾ ਰਿਐਕਸ਼ਨ ਆਫ ਮੈਗਨੀਸ਼ੀਅਮ ਵਿਦ ਏਅਰ ਇਜ਼। ਕਿ ਜਦੋਂ ਆਪਾਂ ਮੈਗਨੀਸ਼ੀਅਮ ਦਾ ਰਿਐਕਸ਼ਨ ਕਰਦੇ ਹਾਂ ਏਅਰ ਦੇ ਨਾਲ ਯਾਨੀ ਕਿ ਆਕਸੀਜਨ ਦੇ ਨਾਲ, ਠੀਕ ਹੈ, ਤਾਂ ਆਪਣੇ ਕੋਲ ਕੀ ਬਣਦਾ ਹੈ ਮੈਗਨੀਸ਼ੀਅਮ ਆਕਸਾਈਡ ਬਣਦਾ ਹੈ। ਤਾਂ ਮੈਗਨੀਸ਼ੀਅਮ ਆਕਸਾਈਡ ਇਹ ਕਿਹੜੀ ਰਿਐਕਸ਼ਨ ਆਪਣੇ ਕੋਲ ਇੱਕ ਐਗਜ਼ੋਥਰਮਿਕ ਰਿਐਕਸ਼ਨ। ਕਿ ਆਪਣੇ ਕੋਲ ਕੀ ਕਰਦੇ ਆਪਾਂ ਐਗਜ਼ੋਥਰਮਿਕ ਹੀਟ ਰਿਲੀਜ਼ ਹੁੰਦੀ ਹੈ, ਠੀਕ ਹੈ। ਕੰਬਸਸ਼ਨ ਦੇ ਵਿੱਚ ਕੀ ਹੈ ਹੀਟ ਹਮੇਸ਼ਾ ਰਿਲੀਜ਼ ਹੁੰਦੀ ਹੈ। ਨੈਕਸਟ ਹੈਗਾ ਵਟ ਕੈਮੀਕਲ ਆਰ ਯੂਜ਼ਡ ਇਨ ਫਾਇਰਵਰਕਸ। ਕਿ ਫਾਇਰਵਰਕਸ ਦੇ ਵਿੱਚ ਹੁੰਦਾ ਉਹਦੇ ਵਿੱਚ ਕਿਹੜੇ ਕਿਹੜੇ ਕੈਮੀਕਲ ਨੇ ਜਿਹੜੇ ਯੂਜ਼ ਕੀਤੇ ਜਾਂਦੇ ਨੇ। ਫਸਟ ਹੈਗਾ ਕਾਪਰ ਕਲੋਰਾਈਡ, ਸੈਕਿੰਡ ਹੈਗਾ ਕੈਲਸ਼ੀਅਮ ਕਲੋਰਾਈਡ, ਬੇਰੀਅਮ ਕਲੋਰਾਈਡ। ਇਹਨਾਂ ਦੇ ਫਾਰਮੂਲੇ ਦੇਖ ਲਓ CuCl2 CaCl2 BaCl2। ਤਾਂ ਇਹ ਜਿਹੜੇ ਸਾਰੇ ਹੀ ਨੇ ਸਾਰੇ ਹੀ ਫਾਇਰ ਵਰਕ ਦੇ ਵਿੱਚ ਯੂਜ਼ ਕੀਤੇ ਜਾਂਦੇ ਆ।
ਇਹਦਾ ਕੀ ਆਊਗਾ ਆਪਸ਼ਨ ਨੰਬਰ ਡੀ all of the above। ਨੈਕਸਟ ਹੈਗਾ when a magnesium ribbon is burned in air the ash formed। ਆਪਾਂ ਪਿੱਛੇ ਪੜ੍ਹ ਚੁੱਕੇ ਹਾਂ ਕਿ ਜਦੋਂ ਮੈਗਨੀਸ਼ੀਅਮ ਰਿਬਨ ਨੂੰ ਆਕਸੀਜਨ ਦੀ ਪ੍ਰੈਜੈਂਸ ਦੇ ਵਿੱਚ ਹੀਟ ਕੀਤਾ ਜਾਂਦਾ ਹੈ ਤਾਂ ਆਪਣੇ ਕੋਲੇ ਮੈਗਨੀਸ਼ੀਅਮ ਆਕਸਾਈਡ ਬਣਦਾ ਹੈ। ਇਹਦਾ ਕਲਰ ਕੀ ਹੁੰਦਾ ਹੈ ਵਾਈਟ ਕਲਰ ਦਾ ਪਾਊਡਰ ਬਣਦਾ ਆਪਣੇ ਕੋਲੇ ਮੈਗਨੀਸ਼ੀਅਮ ਆਕਸਾਈਡ। ਫਿਰ ਇਹਨਾਂ ਨੇ ਪੁੱਛਿਆ ਕਲਰ ਆਫ ਮੈਗਨੀਸ਼ੀਅਮ ਆਕਸਾਈਡ ਕੀ ਹੁੰਦਾ ਹੈ, ਆਪਾਂ ਹੁਣੀ ਪੜ੍ਹਿਆ ਕੀ ਹੁੰਦਾ ਹੈ ਵਾਈਟ। ਕੁਐਸਚਨ ਨੰਬਰ 5 ਇਫ ਮੈਗਨੀਸ਼ੀਅਮ ਇਜ਼ ਜੈਂਟਲੀ ਹੀਟਡ ਇਟ ਫੋਰਮਸ। ਸੇਮ ਕੁਐਸਚਨ, ਜਦੋਂ ਮੈਗਨੀਸ਼ੀਅਮ ਹੀਟ ਹੁੰਦਾ ਤਾਂ ਕੀ ਬਣਦਾ ਹੈ ਮੈਗਨੀਸ਼ੀਅਮ ਆਕਸਾਈਡ। ਇਹ ਇੰਪੋਰਟੈਂਟ ਹੈ ਮੈਗਨੀਸ਼ੀਅਮ ਵਾਲਾ ਰਿਐਕਸ਼ਨ। ਨੈਕਸਟ ਹੈਗਾ ਵੈਨ ਕਾਰਬਨ ਡਾਈਆਕਸਾਈਡ ਇਜ਼ ਪਾਸਡ ਥਰੂ ਲਾਈਮ ਵਾਟਰ। ਜਦੋਂ ਵੀ ਲਾਈਮ ਵਾਟਰ ਦੇ ਵਿੱਚੋਂ ਦੀ ਕਾਰਬਨ ਡਾਈਆਕਸਾਈਡ ਨੂੰ ਪਾਸ ਕੀਤਾ ਜਾਂਦਾ ਹੈ ਤਾਂ ਕੀ ਹੋ ਜਾਂਦਾ ਹੈ, ਉਹਦਾ ਜਿਹੜਾ ਰੰਗ ਹੈ ਸੋਲਿਊਸ਼ਨ ਦਾ ਪਹਿਲਾਂ ਕੀ ਹੁੰਦਾ ਉਹ ਪਿਓਰ ਵਾਈਟ ਹੁੰਦਾ, ਮਤਲਬ ਕਿ ਕਲੀਅਰ ਹੁੰਦਾ ਸੋਲਿਊਸ਼ਨ ਬਿਲਕੁਲ ਸਾਫ਼। ਜਦੋਂ ਆਪਾਂ ਉਹਦੇ ਵਿੱਚੋਂ ਦੀ ਕਾਰਬਨ ਡਾਈਆਕਸਾਈਡ ਲੰਘਾਉਂਦੇ ਆ ਤਾਂ ਉਹ ਕੀ ਹੋ ਜਾਂਦਾ ਮਿਲਕੀ ਹੋ ਜਾਂਦਾ, ਥੋੜ੍ਹਾ ਜਿਹਾ ਦੂਧੀਆ ਕਲਰ ਹੋ ਜਾਂਦਾ ਉਹਦਾ ਮਿਲਕੀ। ਤਾਂ ਆਪਸ਼ਨ ਨੰਬਰ ਸੀ ਕੀ ਆਊਗਾ ਕਰੈਕਟ। ਕੁਐਸਚਨ ਨੰਬਰ 7 ਵੈਨ ਕ੍ਰਿਸਟਲ ਆਫ ਲੈਡ ਨਾਈਟਰੇਟ ਆਰ ਹੀਟਡ ਇਨ ਡਰਾਈ ਟੈਸਟ ਟਿਊਬ ਤਾਂ ਆਪਣੇ ਕੋਲ ਕੀ ਹੋਊਗਾ, ਕਹਿੰਦੇ ਜਦੋਂ ਆਪਾਂ ਲੈਡ ਨਾਈਟਰੇਟ ਨੂੰ ਕਿਵੇਂ ਲਿਖਾਂਗੇ PbNO3 ਜਦੋਂ ਆਪਾਂ ਇਹਨੂੰ ਕਹਿੰਦੇ ਹੀਟ ਕਰਦੇ ਹਾਂ ਤਾਂ ਆਪਣੇ ਕੋਲੇ ਕੀ ਬਣਦਾ, ਆਪਣੇ ਕੋਲੇ ਕੀ ਬਣਦਾ ਲੈਡ ਆਕਸਾਈਡ ਬਣਦਾ ਹੈ ਅਤੇ ਆਪਣੇ ਕੋਲੇ NO2 ਗੈਸ ਬਣਦੀ ਹੈ। ਠੀਕ ਹੈ, ਤਾਂ ਇਹਦੇ ਵਿੱਚ ਕਿਹੜਾ ਆਪਸ਼ਨ ਆਊਗਾ ਆਪਣੇ ਕੋਲੇ ਯੈਲੋ। ਜਿਹੜਾ ਲੈਡ ਆਕਸਾਈਡ ਹੈ ਉਹ ਕੀ ਹੁੰਦਾ ਯੈਲੋ ਕਲਰ ਦਾ ਹੁੰਦਾ, ਜਿਹਦਾ ਵਿੱਚ ਆਨਸਰ ਆਊਗਾ ਆਪਣਾ ਆਪਸ਼ਨ ਨੰਬਰ ਡੀ ਯੈਲੋ ਰੈਜ਼ੀਡਿਊ ਮਤਲਬ ਕਿ ਜਿਹੜੀ ਚੀਜ਼ ਬਾਕੀ ਬਚ ਗਈ ਲੈਫਟ ਰਹਿ ਗਈ ਜਿਹੜੀ ਰਿਐਕਸ਼ਨ ਹੋਣ ਤੋਂ ਬਾਅਦ ਉਹ ਕੀ ਹੈ ਯੈਲੋ ਕਲਰ ਦਾ ਲੈਡ ਆਕਸਾਈਡ ਹੈ। ਕੁਐਸਚਨ ਨੰਬਰ 8 ਕਲਰ ਆਫ ਸੋਲਿਡ ਮੈਗਨੀਸ਼ੀਅਮ ਇਜ਼। ਮੈਗਨੀਸ਼ੀਅਮ ਰਿਬਨ ਤੋਂ ਵੀ ਦੇਖ ਸਕਦੇ ਆਪਾਂ, ਮੈਗਨੀਸ਼ੀਅਮ ਰਿਬਨ ਦਾ ਵੀ ਕਲਰ ਉਹੀ ਹੁੰਦਾ ਸੋਲਿਡ ਮੈਗਨੀਸ਼ੀਅਮ ਰਿਬਨ ਹੀ ਹੁੰਦਾ, ਉਹਦਾ ਕਲਰ ਹੁੰਦਾ ਸਿਲਵਰੀ ਗ੍ਰੇ ਹੁੰਦਾ ਮੈਗਨੀਸ਼ੀਅਮ ਰਿਬਨ ਦਾ ਕਲਰ। ਇਹਦੇ ਵਿੱਚ ਆਪਾਂ ਨੂੰ ਦੱਸਿਆ ਗਿਆ ਕਿ ਕੈਲਸ਼ੀਅਮ ਹੈ ਜਿਹੜਾ ਉਹ ਰਿਐਕਟ ਕਰਕੇ ਇਹ ਚੀਜ਼ ਬਣਾ ਰਿਹਾ ਆਪਣੇ ਕੋਲੇ ਕੈਲਸ਼ੀਅਮ ਹਾਈਡਰੋਕਸਾਈਡ। ਇਹਦਾ ਇੱਕ ਹੋਰ ਨਾਮ ਵੀ ਹੈ ਕੈਲਸ਼ੀਅਮ ਹਾਈਡਰੋਕਸਾਈਡ ਨੂੰ ਆਪਾਂ ਸਲੈਗਡ ਲਾਈਮ ਵੀ ਕਹਿੰਦੇ ਹਾਂ, ਸਲੈਗਡ ਲਾਈਮ ਜਾਂ ਫਿਰ ਲਾਈਮ ਵਾਟਰ ਕੈਲਸ਼ੀਅਮ ਹਾਈਡਰੋਕਸਾਈਡ। ਤਾਂ ਕਹਿੰਦੇ ਇਹਦੇ ਜਿਹੜੇ ਪ੍ਰੈਸੀਪਿਟੇਟ ਨੇ ਉਹ ਕਿਹੜਾ ਕਲਰ ਦੇਣਗੇ ਆਪਣੇ ਕੋਲੇ ਗ੍ਰੀਨ, ਬਲੂ, ਬਰਾਊਨ, ਵਾਈਟ। ਤਾਂ ਆਪਣੇ ਕੋਲੇ ਕਿਹੜਾ ਕਲਰ ਬਣੂਗਾ ਵਾਈਟ ਕਲਰ ਬਣੂਗਾ ਆਪਣੇ ਕੋਲੇ ਸਲੈਗਡ ਲਾਈਮ ਦਾ। ਨੈਕਸਟ ਹੈਗਾ ਕਿ ਜਦੋਂ ਆਪਾਂ ਕੋਈ ਕੈਮੀਕਲ ਇਕੁਏਸ਼ਨ ਲਿਖਦੇ ਹਾਂ ਤਾਂ ਆਪਾਂ ਨੂੰ ਕਿਹੜੀ ਚੀਜ਼ ਆ ਜਿਹੜੀ ਧਿਆਨ ਵਿੱਚ ਰੱਖਣੀ ਚਾਹੀਦੀ ਹੈ, ਜਿਹੜੇ ਸਟੇਟ ਨੇ ਸਿੰਬਲਸ ਆਪਾਂ ਬ੍ਰੈਕਟ ਦੇ ਵਿੱਚ ਪਾਉਣੇ ਆ ਕਿ H2 ਆਪਾਂ ਨੇ ਗੈਸ ਦੇ ਵਿੱਚ ਲਿਆ ਪਲੱਸ O2 ਆਪਾਂ ਨੇ ਗੈਸ ਲਿਆ, ਤਾਂ ਜਿਹੜੇ ਬ੍ਰੈਕਟ ਦੇ ਵਿੱਚ ਪਾਉਣੇ ਆ ਉਹ ਕਦੋਂ ਜ਼ਰੂਰੀ ਨੇ। ਆਪਾਂ ਦੇਖਦੇ ਹਾਂ ਕਿ ਜਦੋਂ ਵੀ ਆਪਾਂ ਨੇ ਕੋਈ ਇਕੁਏਸ਼ਨ ਨੂੰ ਪ੍ਰੋਪਰ ਬੈਲੈਂਸ ਕਰਨਾ ਹੁੰਦਾ ਸੰਤੁਲਿਤ ਕਰਨਾ ਹੁੰਦਾ ਉਦੋਂ ਆਪਾਂ ਨੂੰ ਇਹ ਸਟੇਟ ਵੀ ਦੱਸਣੀ ਪੈਂਦੀ ਹੈ। ਤਾਂ ਇਹਦੇ ਵਿੱਚ ਆਪਸ਼ਨ ਕੀ ਆਊਗਾ ਆਪਸ਼ਨ ਨੰਬਰ ਸੀ ਕਿ ਜਦੋਂ ਆਪਾਂ ਇਕੁਏਸ਼ਨ ਨੂੰ ਬੈਲੈਂਸ ਕਰਦੇ ਹਾਂ ਉਦੋਂ ਆਪਾਂ ਨੂੰ ਕੀ ਉਹਦੀ ਸਟੇਟ ਵੀ ਦੱਸਣੀ ਪੈਂਦੀ ਹੈ। ਕਲੀਅਰ। ਨੈਕਸਟ ਹੈਗਾ ਕੁਐਸਚਨ ਨੰਬਰ 11 ਕੰਸੀਡਰ ਇਕੁਏਸ਼ਨ ਲੈਡ ਹਾਈਡਰੋਕਸਾਈਡ। ਤਾਂ ਕਹਿੰਦੇ ਇਹਦੇ ਵਿੱਚ ਜਿਹੜੇ ਲੈਡ ਹਾਈਡਰੋਕਸਾਈਡ ਹੈ ਉਹਦਾ ਜਿਹੜਾ ਕਲਰ ਹੈ ਉਹ ਕੀ ਬਣੂਗਾ, ਤਾਂ ਉਹਦਾ ਕਲਰ ਬਣੂਗਾ ਵਾਈਟ ਕਲਰ। ਠੀਕ ਹੈ, ਤੁਸੀਂ ਯਾਦ ਰੱਖਣਾ ਕਿ ਲੈਡ ਹਾਈਡਰੋਕਸਾਈਡ ਦਾ ਕਲਰ ਕੀ ਹੁੰਦਾ ਵਾਈਟ ਕਲਰ। ਇਹ ਆਪਾਂ ਪੜ੍ਹ ਹੀ ਚੁੱਕਿਆਂਗੇ, ਇਹਦੇ ਵਿੱਚ ਵੀ ਵਾਈਟ ਆਨਸਰ ਆਊਗਾ। ਨੈਕਸਟ ਹੈਗਾ ਆਪਣੇ ਕੋਲੇ ਕਿ ਆਪਾਂ ਨੇ ਕੈਮੀਕਲ ਇਕੁਏਸ਼ਨ ਚੈਪਟਰ ਦੇ ਵਿੱਚ ਬੈਲੈਂਸ ਕਰਨਾ ਸਿੱਖਿਆ ਸੀ ਸਭ ਤੋਂ ਪਹਿਲਾਂ। ਤਾਂ ਇਹਦੇ ਵਿੱਚ ਹੁਣ ਆਪਾਂ ਇਹ ਦੇਖਾਂਗੇ ਕਿ ਬੈਲੈਂਸ ਹੈਗੀ ਇਕੁਏਸ਼ਨ ਜਾਂ ਨਹੀਂ, ਅਤੇ ਬੈਲੈਂਸ ਕਰਕੇ ਹੀ ਆਪਾਂ ਨੂੰ ਪਤਾ ਚੱਲੂਗਾ ਕਿ ਕਿੰਨੇ ਨੰਬਰ ਆਫ ਮੋਲ ਚਾਹੀਦੇ ਹੈ। ਜਿਵੇਂ ਇਹਨਾਂ ਨੇ ਪੁੱਛਿਆ ਕਿ ਇਸ ਰਿਐਕਸ਼ਨ ਦੇ ਵਿੱਚ ਸੋਡੀਅਮ ਦੇ ਕਿੰਨੇ ਮੋਲ ਚਾਹੀਦੇ ਆ ਬੈਲੈਂਸ ਕਰਨ ਵਾਸਤੇ। ਹੁਣ ਆਪਾਂ ਦੇਖਦੇ ਹਾਂ ਕਿ ਆਪਣੇ ਕੋਲੇ ਰਿਐਕਟੈਂਟ ਹੈ ਪ੍ਰੋਡਕਟ ਹੈ। ਠੀਕ ਹੈ, ਇੱਥੇ ਕੀ ਆਪਣੇ ਕੋਲੇ ਸੋਡੀਅਮ ਹੈ ਇੱਕ ਆਕਸੀਜਨ ਹੈ। ਤਾਂ ਰਿਐਕਟੈਂਟ ਵਾਲੀ ਸਾਈਡ ਸੋਡੀਅਮ ਕਿੰਨਾ ਹੈ 1 ਹੈ, ਪ੍ਰੋਡਕਟ ਵਾਲੀ ਸਾਈਡ ਕਿੰਨੇ ਹੈ 2 ਹੈ।
ਆਕਸੀਜਨ ਰਿਐਕਟੈਂਟ ਵਾਲੀ ਸਾਈਡ ਕਿੰਨੇ ਨੇ 2 ਨੇ, ਪ੍ਰੋਡਕਟ ਵਾਲੀ ਸਾਈਡ 1 ਹੈ। ਤਾਂ ਹੁਣ ਆਪਾਂ ਨੂੰ ਬੈਲੈਂਸ ਪਹਿਲਾਂ ਆਕਸੀਜਨ ਨੂੰ ਬੈਲੈਂਸ ਕਰਨ ਵਾਸਤੇ ਇੱਥੇ ਕੀ ਲਾਉਣਾ ਪਊਗਾ 2 ਲਾਉਣਾ ਪਊਗਾ। ਜੇ ਆਪਾਂ ਨੇ ਇੱਥੇ 2 ਲਾਤਾ ਤਾਂ ਪ੍ਰੋਡਕਟ ਵਾਲੀ ਸਾਈਡ ਸੋਡੀਅਮ ਕਿੰਨੇ ਹੋ ਗਏ 4 ਹੋ ਗਏ। ਜੇ ਸੋਡੀਅਮ ਇੱਥੇ 4 ਹੋ ਗਏ 2 ਨਾਲ ਮਲਟੀਪਲਾਈ ਕਰਤਾ ਆਪਾਂ ਨੇ ਤਾਂ ਇੱਧਰ ਵੀ ਸੋਡੀਅਮ ਨੂੰ ਕਿੰਨੇ ਹੋਣਾ ਪਊਗਾ 4 ਹੋਣਾ ਪਊਗਾ। ਤਾਂ ਆਪਾਂ ਨੂੰ ਕਿੰਨੇ ਸੋਡੀਅਮ ਦੀ ਜ਼ਰੂਰਤ ਹੈ 4। ਠੀਕ ਹੈ, ਰਿਐਕਸ਼ਨ ਨੂੰ ਪੂਰੇ ਬੈਲੈਂਸ ਕਰਨ ਵਾਸਤੇ ਆਪਾਂ ਨੂੰ ਕਿੰਨੇ ਸੋਡੀਅਮਸ ਦੀ ਜ਼ਰੂਰਤ ਹੈ 4 ਦੀ। ਤਾਂ ਆਪਸ਼ਨ ਨੰਬਰ ਡੀ ਕੀ ਆਊਗਾ ਕਰੈਕਟ। ਨੈਕਸਟ ਹੈਗਾ ਕੁਐਸਚਨ ਨੰਬਰ 14 ਕਿ ਆਪਣੇ ਕੋਲ ਇਹਦੇ ਵਿੱਚ ਕੀ ਜਿਹੜੀ ਹੈਗੀ ਹੈ ਆਪਾਂ ਨੇ ਸੋਲਿਡ ਸਲਫਰ ਨੂੰ ਗੈਸਿਸ ਆਕਸੀਜਨ ਦੇ ਨਾਲ ਰਿਐਕਟ ਕਰਵਾਇਆ ਤਾਂ ਆਪਣੇ ਕੋਲ SO2 ਬਣ ਗਿਆ। ਕਹਿੰਦੇ ਇੱਥੇ ਬ੍ਰੈਕਟ ਦੇ ਵਿੱਚ ਆਪਾਂ ਕਿਹੜੀ ਸਟੇਟ ਲਿਖੀਏ SO2 ਦੀ ਕਿਹੜੀ ਸਟੇਟ ਹੁੰਦੀ ਹੈ ਤਾਂ ਸਲਫਰ ਡਾਈਆਕਸਾਈਡ ਕੀ ਹੁੰਦੀ ਹੈ ਇੱਕ ਗੈਸ ਹੁੰਦੀ ਹੈ, ਇਹਦੀ ਸਟੇਟ ਕੀ ਹੁੰਦੀ ਹੈ ਗੈਸਿਸ ਸਟੇਟ। ਨੈਕਸਟ ਹੈਗਾ ਕੁਐਸਚਨ ਨੰਬਰ 15 ਇਹਦੇ ਵਿੱਚ ਵੀ ਆਪਾਂ ਨੇ ਬੈਲੈਂਸ ਕਰਨਾ ਹੈ। ਆਪਣੇ ਕੋਲੇ ਕੀ ਨੇ ਰਿਐਕਟੈਂਟ ਨੇ ਪ੍ਰੋਡਕਟ ਨੇ, ਆਪਾਂ ਦੇਖਦੇ ਹਾਂ ਕਿ ਬੈਲੈਂਸ ਹੈ ਜਾਂ ਨਹੀਂ। ਫਾਸਫੋਰਸ ਹੈ ਆਕਸੀਜਨ ਹੈ, ਰਿਐਕਟੈਂਟ ਵਾਲੀ ਸਾਈਡ ਫਾਸਫੋਰਸ ਕਿੰਨੇ ਹੈ 1 ਹੈ, ਪ੍ਰੋਡਕਟ ਵਾਲੀ ਸਾਈਡ ਕਿੰਨੇ ਆਕਸੀਜਨ ਹੈ, ਪ੍ਰੋਡਕਟ ਵਾਲੀ ਸਾਈਡ ਕਿੰਨੇ ਫਾਸਫੋਰਸ ਹੈ 4, ਆਕਸੀਜਨ ਕਿੰਨੇ ਇੱਧਰ 2 ਨੇ, ਇੱਧਰ ਕਿੰਨੇ ਨੇ 10 ਨੇ। ਕਲੀਅਰ। ਤੇ ਹੁਣ ਆਪਾਂ ਨੇ ਇਹਨੂੰ ਬੈਲੈਂਸ ਕਰਨਾ ਹੈ। ਬੈਲੈਂਸ ਕਰਨ ਵਾਸਤੇ ਆਪਾਂ ਨੂੰ ਕੀ ਕਰਨਾ ਪਊਗਾ ਇਹਨੂੰ 4 ਦੇ ਨਾਲ ਮਲਟੀਪਲਾਈ ਕਰਨਾ ਪਊਗਾ ਤੇ ਇਹਨੂੰ ਕਿਹਦੇ ਨਾਲ ਕਰਨਾ ਪਊਗਾ 5 ਦੇ ਨਾਲ। ਇਹਨੂੰ ਕੀ ਹੈ 5 ਦੇ ਨਾਲ ਮਲਟੀਪਲਾਈ ਕਰਨਾ ਪਊ ਇਹਨੂੰ 4 ਦੇ ਨਾਲ, ਇਕੁਏਸ਼ਨ ਬੈਲੈਂਸ ਹੋ ਜੂ। ਤੇ ਇਹਨਾਂ ਨੇ ਕੀ ਪੁੱਛਿਆ ਆਪਾਂ ਨੂੰ O2 ਦੇ ਮੋਲੀਕਿਊਲਸ, O2 ਨੂੰ ਆਪਾਂ ਨੇ ਕਿੰਨੇ ਨਾਲ ਮਲਟੀਪਲਾਈ ਕਰਿਆ 5 ਦੇ ਨਾਲ। ਤਾਂ ਆਪਸ਼ਨ ਕੀ ਹੋਊਗਾ ਆਪਸ਼ਨ ਨੰਬਰ C 5। ਨੈਕਸਟ ਵੀ ਆਪਾਂ ਨੇ ਬੈਲੈਂਸ ਕਰਨਾ ਹੈ। ਕੁਐਸਚਨ ਨੰਬਰ 16 ਇਹ ਆਪਣੇ ਕੋਲੇ ਸੇਮ ਕੁਐਸਚਨ ਆ ਗਿਆ। ਇਹਦੇ ਵਿੱਚ ਕੀ ਹੋਊਗਾ ਆਪਸ਼ਨ ਨੰਬਰ D 4। ਨੈਕਸਟ ਕੁਐਸਚਨ ਦੇ ਵਿੱਚ ਬੈਲੈਂਸ ਕਰਨਾ ਹੈ। ਆਪਾਂ ਨੂੰ ਪੁੱਛਿਆ ਇਹਨਾਂ ਨੇ ਮੋਲਸ ਆਫ ਐਲੂਮੀਨੀਅਮ। ਹੁਣ ਆਪਾਂ ਬਿਨਾਂ ਐਡਾ ਵੱਡਾ ਪ੍ਰੋਸੈਸ ਕਰੇ ਸਿੰਪਲੀ ਵੀ ਦੇਖ ਸਕਦੇ ਹਾਂ ਕਿ ਇੱਧਰ ਐਲੂਮੀਨੀਅਮ ਕਿੰਨੇ ਹੈ 2 ਹੈ, ਇੱਧਰ ਕਿੰਨਾ ਹੈ 1 ਹੈ, ਤਾਂ ਇੱਥੇ ਵੀ ਆਪਾਂ ਨੂੰ 2 ਨਾਲ ਮਲਟੀਪਲਾਈ ਕਰਨਾ ਪਊਗਾ। ਤਾਂ ਆਪਣਾ ਸਿੱਧਾ ਹੀ ਆਪਸ਼ਨ ਕੀ ਆ ਜਾਊਗਾ ਆਪਸ਼ਨ ਨੰਬਰ B। ਵਿਚ ਵਨ ਆਫ ਦਾ ਗਿਵਨ ਪ੍ਰੋਸੈਸ ਇਨਵੋਲਵ ਕੈਮੀਕਲ ਰਿਐਕਸ਼ਨਸ। ਆਪਾਂ ਨੂੰ ਪਤਾ ਹੈ ਕਿ ਕੈਮੀਕਲ ਰਿਐਕਸ਼ਨ ਕਿਹੜੇ ਹੁੰਦੇ ਆ ਜਿਨ੍ਹਾਂ ਦੇ ਵਿੱਚ ਕੋਈ ਨਵੀਂ ਚੀਜ਼ ਬਣਦੀ ਹੈ, ਕੋਈ ਨਵਾਂ ਪ੍ਰੋਡਕਟ ਬਣਦਾ ਹੈ। ਤਾਂ ਆਪਾਂ ਦੇਖਦੇ ਹਾਂ ਕਿ ਜੇ ਆਪਾਂ ਸਟੋਰ ਕਰੀਏ ਆਕਸੀਜਨ ਗੈਸ ਨੂੰ ਹਾਈ ਪ੍ਰੈਸ਼ਰ 'ਤੇ ਇਕੱਠਾ ਕਰਕੇ ਆਪਾਂ ਸਿਲੰਡਰ ਦੇ ਵਿੱਚ ਭਰਤਾ, ਠੀਕ ਹੈ, ਤਾਂ ਇਹ ਕੀ ਇੱਕ ਫਿਜ਼ੀਕਲ ਚੇਂਜ ਹੈ ਨੋਟ ਕੈਮੀਕਲ ਚੇਂਜ। ਇਹਦੇ ਵਿੱਚ ਕੋਈ ਨਵੀਂ ਚੀਜ਼ ਨਹੀਂ ਬਣੀ। ਕੀਪਿੰਗ ਪੈਟਰੋਲ ਇਨ ਚਾਈਨਾ ਡਿਸ਼ ਦੇ ਵਿੱਚ ਪੈਟਰੋਲ ਰੱਖੀਏ ਵੀ ਕੀ ਹੈ ਫਿਜ਼ੀਕਲ ਪ੍ਰੋਸੈਸ ਹੈ। ਆਪਾਂ ਕੀ ਆ ਏਅਰ ਨੂੰ ਲਿਕੁਇਫਾਈ ਕਰ ਰਹੇ ਹਾਂ, ਲਿਕੁਇਡ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਾਂ, ਇਹ ਵੀ ਕੀ ਹੈ ਫਿਜ਼ੀਕਲ ਪ੍ਰੋਸੈਸ ਹੈ। ਤਾਂ ਡੀ ਆਪਸ਼ਨ ਦੇਖਦੇ ਹਾਂ ਹੀਟਿੰਗ ਕਾਪਰ ਵਾਇਰ ਇਨ ਦਾ ਪ੍ਰੈਜੈਂਸ ਆਫ ਏਅਰ ਐਟ ਹਾਈ ਟੈਂਪਰੇਚਰ। ਆਪਾਂ ਕਾਪਰ ਵਾਇਰ ਨੂੰ ਹੀਟ ਕਰਕੇ ਉਹਦੇ 'ਤੇ ਰਿਐਕਸ਼ਨ ਕਰ ਰਹੇ ਹਾਂ, ਤਾਂ ਇਹਦਾ ਮਤਲਬ ਇਹ ਕੀ ਹੈ ਕੈਮੀਕਲ ਪ੍ਰੋਸੈਸ। ਤਾਂ ਕੈਮੀਕਲ ਪ੍ਰੋਸੈਸ ਕਿਹੜੀ ਹੋਈ ਹੈ ਆਪਸ਼ਨ ਨੰਬਰ ਡੀ ਕੀ ਹੋ ਗਿਆ ਕਰੈਕਟ। ਨੈਕਸਟ ਕਹਿੰਦੇ ਇਨ ਵਿਚ ਆਫ ਦਾ ਗਿਵਨ ਕੈਮੀਕਲ ਇਕੁਏਸ਼ਨ ਦ ਐਬਰੀਵੇਸ਼ਨ ਰਿਪਰੈਜ਼ੈਂਟ ਦਾ ਕਰੈਕਟ ਸਟੇਟ ਆਫ ਰਿਐਕਟੈਂਟਸ ਐਂਡ ਪ੍ਰੋਡਕਟਸ। ਕਿ ਆਪਾਂ ਨੇ ਦੱਸਣਾ ਹੈ ਕਿ ਜਿਹੜੀਆਂ ਇਹਨਾਂ ਦੇ ਵਿੱਚ ਆਹ ਸਟੇਟ ਲਿਖੀਆਂ ਹੋਈਆਂ ਨੇ ਆਹ ਵਾਲੀਆਂ ਸਟੇਟਸ ਕੀ ਇਹ ਸਹੀ ਨੇ, ਇਹ ਵਾਲਾ ਆਪਾਂ ਨੇ ਚੈੱਕ ਕਰਨਾ ਹੈ। ਆਪਾਂ ਆਪਸ਼ਨ ਵਾਈਜ਼ ਚੈੱਕ ਕਰਦੇ ਹਾਂ ਕਿ ਜਿਹੜੀਆਂ ਸਟੇਟ ਨੇ ਸਹੀ ਨੇ ਜਾਂ ਨਹੀਂ ਸਹੀ। ਆਪਾਂ ਨੂੰ ਪਤਾ ਕਿ ਜਿਹੜੀ ਹਾਈਡਰੋਜਨ ਇੱਕ ਗੈਸ ਹੈ, ਇਹਦਾ ਮਤਲਬ ਫਸਟ ਆਪਸ਼ਨ ਤਾਂ ਗਲਤ ਹੋ ਗਈ ਬਿਲਕੁਲ। ਜਿਹੜੀ ਹਾਈਡਰੋਜਨ ਇੱਕ ਗੈਸ ਹੈ ਇਹਨਾਂ ਨੇ ਲਿਕੁਇਡ ਰੱਖਿਆ। ਸੈਕਿੰਡ ਆਪਸ਼ਨ ਚੈੱਕ ਕਰਦੇ ਹਾਂ ਆਕਸੀਜਨ ਆ ਜਿਹੜੀ ਇੱਕ ਗੈਸ ਹੈ ਅਤੇ ਇੱਥੇ ਕੀ ਲਿਖਿਆ ਲਿਕੁਇਡ, ਤਾਂ ਇਹ ਵੀ ਕੀ ਹੋ ਗਿਆ ਰੋਂਗ ਹੋ ਗਿਆ। ਆਪਸ਼ਨ ਨੰਬਰ ਸੀ ਦੇਖਦੇ ਹਾਂ ਹਾਈਡਰੋਜਨ ਗੈਸ ਹੈ, ਆਕਸੀਜਨ ਗੈਸ ਹੈ ਅਤੇ ਵਾਟਰ ਕੀ ਹੈ ਲਿਕੁਇਡ ਹੈ, ਇਹਦਾ ਮਤਲਬ ਇਹ ਕੀ ਹੈ ਕਰੈਕਟ ਹੈ। ਆਪਸ਼ਨ ਨੰਬਰ ਸੀ ਕੀ ਹੈ ਕਰੈਕਟ। ਡੀ ਵੀ ਆਪਾਂ ਚੈੱਕ ਕਰ ਲੈਂਦੇ ਹਾਂ ਹਾਈਡਰੋਜਨ ਗੈਸ ਹੈ, ਆਕਸੀਜਨ ਗੈਸ ਹੈ ਬਟ ਵਾਟਰ ਆ ਜਿਹੜਾ ਗੈਸ ਨਹੀਂ ਹੈਗਾ, ਤਾਂ ਇਹ ਵੀ ਕੀ ਹੋ ਗਿਆ ਇਨਕਰੈਕਟ। ਇਹਦਾ ਕੀ ਆਪਸ਼ਨ ਨੰਬਰ ਸੀ ਕਰੈਕਟ ਆਨਸਰ। ਨੈਕਸਟ ਹੈਗਾ ਕੁਐਸਚਨ ਨੰਬਰ 20 ਦ ਰਿਐਕਸ਼ਨ ਇਨ ਵਿਚ 2 ਕੰਪਾਊਂਡ ਐਕਸਚੇਂਜ ਦੇਅਰ ਆਇਨਸ ਟੂ ਫਾਰਮ 2 ਨਿਊ ਕੰਪਾਊਂਡਸ ਇਜ਼ ਕਾਲਡ। ਆਪਾਂ ਨੇ ਦੇਖਿਆ ਸੀ ਕਿ ਜਦੋਂ 2 ਚੀਜ਼ਾਂ ਇਹ ਪੜ੍ਹਿਆ ਸੀ ਆਪਾਂ ਨੇ ਕਿ ਆਪਣੇ ਕੋਲੇ A ਅਤੇ B ਹੈ, ਉਹ C ਅਤੇ D ਦੇ ਨਾਲ ਮਿਲ ਕੇ ਕੀ ਬਣਾਉਂਦੇ ਨੇ ਆਪਣੇ ਕੋਲੇ AD+
B C। ਇਹਦਾ ਪੋਜ਼ਿਟਿਵ ਦੂਸਰੇ ਦੇ ਨੈਗੇਟਿਵ ਨਾਲ, ਦੂਸਰੇ ਦਾ ਪੋਜ਼ਿਟਿਵ ਪਹਿਲੇ ਦੇ ਨੈਗੇਟਿਵ ਨਾਲ। ਤਾਂ ਦੋ ਚੀਜ਼ਾਂ ਡਿਸਪਲੇਸ ਕਰੀਆਂ ਨੇ, ਤਾਂ ਆਪਾਂ ਕੀ ਕਿਹਾ ਸੀ, ਦੋਹਰੀ ਵਿਸਥਾਪਨ ਕਿਰਿਆ, ਯਾਨੀ ਕਿ ਡਬਲ ਡਿਸਪਲੇਸਮੈਂਟ ਰਿਐਕਸ਼ਨ। ਕਿ ਜਦੋਂ ਦੋ ਚੀਜ਼ਾਂ ਡਿਸਪਲੇਸ ਹੁੰਦੀਆਂ ਨੇ ਉਹਨੂੰ ਕਹਿੰਦੇ ਆਪਾਂ ਡਬਲ ਡਿਸਪਲੇਸਮੈਂਟ ਰਿਐਕਸ਼ਨ। ਕਲੀਅਰ। ਨੈਕਸਟ ਹੈਗਾ ਕੁਐਸਚਨ ਨੰਬਰ 21। On immersing an iron nail in copper sulfate solution for a few minutes you will observe ਕਿ ਜਦੋਂ ਆਪਾਂ ਕਿਸੇ ਵੀ ਬੀਕਰ ਦੇ ਵਿੱਚ ਕਾਪਰ ਸਲਫੇਟ ਦਾ ਸੋਲਿਊਸ਼ਨ ਲਈਏ ਅਤੇ ਉਹਦੇ ਵਿੱਚ ਆਪਾਂ ਕੋਈ ਵੀ ਕੀ ਹੈ ਆਇਰਨ ਦੀ ਨੇਲ ਕੋਈ ਮੇਖ ਵਗੈਰਾ ਪਾ ਦਈਏ, ਤਾਂ ਆਪਾਂ ਥੋੜ੍ਹੇ ਟਾਈਮ ਬਾਅਦ ਅਬਜ਼ਰਵ ਕਰਾਂਗੇ ਕਿ ਇਹਦਾ ਕਲਰ ਪਹਿਲਾਂ ਕੀ ਹੁੰਦਾ ਹੈ, ਬਲੂ ਹੁੰਦਾ ਹੈ, ਬਾਅਦ ਦੇ ਵਿੱਚ ਇਹਦਾ ਕਲਰ ਚੇਂਜ ਹੋ ਜਾਊਗਾ। ਤਾਂ ਕਲਰ ਚੇਂਜ ਹੋ ਕੇ ਕੀ ਬਣੂਗਾ, ਗ੍ਰੀਨ ਕਲਰ ਬਣੂਗਾ। ਕਿਉਂ? ਕਿਉਂਕਿ ਜਿਹੜੀ ਜ਼ਿੰਕ ਸੀ ਇਹਦਾ ਰਿਐਕਸ਼ਨ ਕੀ ਹੋਇਆ, ਆਪਣੇ ਕੋਲ ਕੀ ਸੀ, ਕਾਪਰ ਸਲਫੇਟ ਸੀ, ਆਪਾਂ ਨੇ ਉਹਦੇ ਵਿੱਚ ਕੀ ਹੈ ਫੈਰਿਕ ਪਾਤਾ। ਫੈਰਿਕ ਕੀ ਹੈ, ਜ਼ਿਆਦਾ ਸਟਰੋਂਗ ਹੈ ਕਾਪਰ ਦੇ ਨਾਲੋਂ, ਇਸ ਕਰਕੇ ਰਿਐਕਸ਼ਨ ਦਾ ਪ੍ਰੋਡਕਟ ਕੀ ਬਣੂਗਾ, ਫੈਰਿਕ ਸਲਫੇਟ ਪਲੱਸ ਕਾਪਰ। ਤਾਂ ਫੈਰਿਕ ਸਲਫੇਟ ਦਾ ਕਲਰ ਕੀ ਹੋਊਗਾ, ਗ੍ਰੀਨ। ਕਾਪਰ ਸਲਫੇਟ ਦਾ ਕਲਰ ਕੀ ਸੀਗਾ, ਬਲੂ। ਇਹਦਾ ਮਤਲਬ ਆਪਣਾ ਆਪਸ਼ਨ ਨੰਬਰ ਕੀ ਹੋਊਗਾ, ਡੀ ਕਰੈਕਟ ਆਊਗਾ। ਦ ਕਲਰ ਆਫ ਦ ਸੋਲਿਊਸ਼ਨ ਚੇਂਜ ਟੂ ਗ੍ਰੀਨ। ਨੈਕਸਟ ਹੈਗਾ ਵਿਚ ਆਫ ਦ ਗਿਵਨ ਸਟੇਟਮੈਂਟ ਇਜ਼ ਨੋਟ ਆ ਫਿਜ਼ੀਕਲ ਚੇਂਜ। ਕਿ ਆਪਾਂ ਦੇਖਣਾ ਕਿਹੜਾ ਫਿਜ਼ੀਕਲ ਹੈ ਕਿਹੜਾ ਕੈਮੀਕਲ ਚੇਂਜ ਹੈ। ਨੋਟ ਆ ਫਿਜ਼ੀਕਲ ਚੇਂਜ, ਆਪਾਂ ਨੂੰ ਪਤਾ ਕਿ ਜਦੋਂ ਆਪਾਂ ਕਿਸੇ ਚੀਜ਼ ਨੂੰ ਬੋਇਲ ਕਰਦੇ ਹਾਂ ਉਹ ਕੀ ਹੁੰਦਾ, ਫਿਜ਼ੀਕਲ ਚੇਂਜ ਹੁੰਦਾ ਹੈ, ਮਤਲਬ ਇਹ ਤਾਂ ਹੈਗਾ। ਨੈਕਸਟ ਮੈਲਟਿੰਗ ਆਫ ਆਈਸ, ਆਪਾਂ ਸਟੇਟ ਚੇਂਜ ਕਰੀਏ ਉਹ ਵੀ ਫਿਜ਼ੀਕਲ ਚੇਂਜ ਹੁੰਦਾ ਹੈ। ਕੋਈ ਚੀਜ਼ ਵਿੱਚ ਘੋਲ ਕੇ ਰੱਖਦੇ ਹਾਂ ਉਹ ਵੀ ਕੀ ਹੈ, ਫਿਜ਼ੀਕਲ ਚੇਂਜ ਹੁੰਦਾ ਹੈ। ਤਾਂ ਆਪਾਂ ਕੀ ਹੈ, ਕੰਬਸਸ਼ਨ ਕਰ ਰਹੇ ਹਾਂ LPG ਦੀ ਕੰਬਸਸ਼ਨ ਕਰਕੇ ਕਿਸੇ ਵੀ ਫਿਊਲ ਦੀ ਆਪਾਂ ਕੰਬਸਸ਼ਨ ਕਰਦੇ ਹਾਂ ਉਹ ਕੀ ਹੁੰਦਾ, ਕੈਮੀਕਲ ਚੇਂਜ। 22 ਦਾ ਆਨਸਰ ਕੀ ਆਊਗਾ, ਆਪਸ਼ਨ ਨੰਬਰ ਡੀ ਕੀ ਹੈ, ਨੋਟ ਫਿਜ਼ੀਕਲ ਚੇਂਜ। ਇਹ ਫਿਜ਼ੀਕਲ ਚੇਂਜ ਨਹੀਂ ਹੈਗਾ, ਕਿਹੜਾ ਚੇਂਜ ਹੈ, ਕੈਮੀਕਲ ਚੇਂਜ। ਕੁਐਸਚਨ ਨੰਬਰ 23 ਐਨ ਐਲੀਮੈਂਟ X ਔਨ ਐਕਸਪੋਜ਼ਰ ਟੂ ਮੋਇਸਚਰ ਏਅਰ ਟਰਨ ਰੈਡਿਸ਼ ਬਰਾਊਨ। ਆਪਾਂ ਨੇ ਪ੍ਰੋਸੈਸ ਪੜ੍ਹੀ ਸੀ ਇੱਕ, ਕਹਿੰਦੇ X ਕੀ ਚੀਜ਼ ਹੈ ਆਪਣੇ ਕੋਲ, Y ਕੀ ਚੀਜ਼ ਹੈ। ਤਾਂ ਆਪਾਂ ਨੇ ਪੜ੍ਹਿਆ ਸੀ ਕਿ ਕੋਈ ਐਲੀਮੈਂਟ ਹੈ ਜਿਹੜਾ ਉਹ ਜਦੋਂ ਵਾਟਰ ਅਤੇ ਏਅਰ ਯਾਨੀ ਕਿ ਮੋਇਸਚਰ ਦੇ ਨਾਲ ਕਿਰਿਆ ਕਰਦਾ ਹੈ ਤਾਂ ਉਹ ਕੀ ਬਣਾ ਦਿੰਦਾ ਹੈ, Fe2O3 ਫੈਰਿਕ ਆਕਸਾਈਡ। ਇਹ ਕਿਹਦਾ ਫਾਰਮੂਲਾ, ਰਸਟਿੰਗ ਆਫ ਆਇਰਨ ਦਾ। ਆਪਾਂ ਨੇ ਕਿਹਾ ਸੀ ਆਇਰਨ ਨੂੰ ਜੰਗ ਲੱਗ ਜਾਂਦੀ ਹੈ ਲੋਹੇ ਨੂੰ, ਰਸਟਿੰਗ ਆਫ ਆਇਰਨ। ਇਹ ਪ੍ਰੋਸੈਸ ਹੁੰਦੀ ਹੈ, ਰਿਐਕਸ਼ਨ ਹੁੰਦਾ ਕੰਪਲੀਟ ਪੂਰਾ। ਤਾਂ ਆਪਣੇ ਕੋਲ X ਕੀ ਆ ਗਿਆ, Fe, ਅਤੇ ਆਪਣੇ ਕੋਲ ਪ੍ਰੋਡਕਟ ਕੀ ਬਣ ਰਿਹਾ, Fe2O3 ਫੈਰਿਕ ਆਕਸਾਈਡ। The reaction of H2 gas with oxygen gas to form water is an example of। ਕਹਿੰਦੇ ਆਪਣੇ ਕੋਲੇ ਕੀ ਹੈਗਾ, ਆਪਾਂ ਨੇ H2 ਨੂੰ O2 ਦੇ ਨਾਲ ਰਿਐਕਟ ਕਰਵਾਇਆ ਅਤੇ ਆਪਣੇ ਕੋਲੇ ਕੀ ਬਣ ਗਿਆ, ਵਾਟਰ। ਤਾਂ ਇਹਦੇ ਵਿੱਚ ਕੀ ਹੋ ਰਿਹਾ ਹੈ, ਕਹਿੰਦੇ ਇਹ ਕਿਸ ਟਾਈਪ ਦੀ ਐਗਜ਼ਾਮਪਲ ਹੈ। ਦੇਖੋ ਇਹਦੇ ਵਿੱਚ ਕੰਬੀਨੇਸ਼ਨ ਹੋ ਰਿਹਾ ਹੈ, ਜੈਸ ਹੋ ਰਿਹਾ ਹੈ, ਦੋ ਚੀਜ਼ਾਂ ਨੂੰ ਆਪਾਂ ਜੋੜ ਰਹੇ ਹਾਂ। ਇਹਦੇ ਵਿੱਚ ਰਿਡਕਸ਼ਨ ਹੋ ਰਹੀ ਹੈ, ਰਿਡੋਕਸ ਰਿਐਕਸ਼ਨ ਹੈ, ਹਾਂਜੀ। ਇਹਦੇ ਵਿੱਚ ਲਾਸ ਆਫ ਇਲੈਕਟ੍ਰੋਨ ਵੀ ਹੋ ਰਿਹਾ ਹੈ, ਗੇਨ ਆਫ ਇਲੈਕਟ੍ਰੋਨ ਵੀ ਹੋ ਰਿਹਾ। ਇਹਦਾ ਮਤਲਬ ਇਹ ਰਿਡੋਕਸ ਵੀ ਹੈਗੀ ਹੈ। ਜਦੋਂ ਵੀ ਆਪਾਂ ਦੋ ਗੈਸਾਂ ਨੂੰ ਮਿਲਾ ਕੇ ਕੁਛ ਨਵੀਂ ਚੀਜ਼ ਬਣਾ ਰਹੇ ਹਾਂ ਤਾਂ ਉਹ ਕੀ ਹੁੰਦਾ, ਇੱਕ ਤਾਪ ਨਿਕਾਸੀ ਕਿਰਿਆ ਹੁੰਦੀ ਹੈ, ਐਕਜ਼ੋਥਰਮਿਕ ਰਿਐਕਸ਼ਨ ਹੁੰਦਾ। ਇਟ ਮੀਨਸ ਇਹਦਾ ਆਪਸ਼ਨ ਕੀ ਹੋਗਾ, ਆਪਸ਼ਨ ਨੰਬਰ ਡੀ ਆਲ ਆਫ ਦੀਜ਼ ਰਿਐਕਸ਼ਨਸ। ਨੈਕਸਟ ਹੈਗਾ ਕੁਐਸਚਨ ਨੰਬਰ 25 ਰੈਂਜਿਡਿਟੀ ਕੈਨ ਪ੍ਰੀਵੈਂਟਡ ਬਾਈ। ਕਿ ਆਪਾਂ ਦੁਰਗੰਧਤਾ ਨੂੰ ਕਿਵੇਂ ਰੋਕ ਸਕਦੇ ਹਾਂ, ਕਿ ਆਪਾਂ ਕੋਈ ਐਂਟੀਆਕਸੀਡੈਂਟ ਇਹੋ ਜਿਹੀਆਂ ਚੀਜ਼ਾਂ ਐਡ ਕਰ ਦਈਏ ਜਿਹਦੇ ਕਰਕੇ ਦੁਰਗੰਧਤਾ ਨਾ ਹੋਵੇ। ਜਿਵੇਂ ਕਿ ਆਪਾਂ ਅਚਾਰ ਵਗੈਰਾ ਦੇ ਵਿੱਚ ਜ਼ਿਆਦਾ ਨਮਕ ਜਾਂ ਤੇਲ ਐਡ ਕਰ ਦਿੰਦੇ ਹਾਂ ਤਾਂ ਜੋ ਖਰਾਬ ਨਾ ਹੋਵੇ। ਜਾਂ ਆਪਾਂ ਕੀ ਹੈ ਭੋਜਨ ਨੂੰ ਐਵੇਂ ਲਾਈਟ ਤੋਂ ਦੂਰ ਸਟੋਰ ਕਰੀਏ ਵੀ ਉਹਨਾਂ ਤੱਕ ਆਕਸੀਜਨ ਨਾ ਪਹੁੰਚੇ, ਜਾਂ ਫਿਰ ਆਪਾਂ ਫਰਿੱਜ ਵਗੈਰਾ ਦੇ ਵਿੱਚ ਰੱਖ ਦਈਏ। ਤਾਂ ਇਹ ਤਿੰਨੇ ਹੀ ਮੈਥਡਾਂ ਨਾਲ ਆਪਾਂ ਕੀ ਹੈ ਰੈਂਜਿਡਿਟੀ ਹੋਣ ਤੋਂ ਬਚਾ ਸਕਦੇ ਹਾਂ। ਇਟ ਮੀਨਸ ਇਹਦਾ ਆਪਸ਼ਨ ਕੀ ਆਊਗਾ, ਆਪਸ਼ਨ ਨੰਬਰ ਡੀ ਆਲ ਆਫ ਦੀ above। clear। next है question number 26 in which of the given heat energy will be evolved। ਇਹਨਾਂ ਚੋਂ ਕਿਸ ਦੇ ਵਿੱਚ ਕੀ ਹੈ ਹੀਟ ਐਨਰਜੀ ਇਵੋਲਵ ਹੋਊਗੀ। ਆਪਾਂ ਨੂੰ ਪਤਾ ਹੈ ਸਿੰਪਲ ਜਿਹਾ ਕਿ ਜਦੋਂ ਵੀ ਆਪਾਂ ਕਿਸੇ ਚੀਜ਼ ਨੂੰ ਬਰਨ ਕਰਦੇ ਹਾਂ, ਕਿਸੇ ਵੀ ਫਿਊਲ ਨੂੰ
ਜਦੋਂ ਆਪਾਂ ਬਰਨ ਕਰਦੇ ਹਾਂ ਤਾਂ ਆਪਣੇ ਕੋਲੇ ਕੀ ਰਿਲੀਜ਼ ਹੁੰਦੀ ਹੈ, ਹੀਟ ਰਿਲੀਜ਼ ਹੁੰਦੀ ਹੈ। ਚਾਹੇ ਉਹ LPG ਹੋਵੇ, ਚਾਹੇ ਆਪਾਂ ਸਿੰਪਲ ਲੱਕੜੀ ਨੂੰ ਜਲਾ ਰਹੇ ਹਾਂ, ਤਾਂ ਆਪਣੇ ਕੋਲੇ ਕਿਸੇ ਵੀ ਫਿਊਲ ਨੂੰ ਜਲਾਉਣ ਦੇ ਨਾਲ ਕੀ ਪੈਦਾ ਹੁੰਦੀ ਹੈ, ਹੀਟ ਐਨਰਜੀ। ਇਹਦਾ ਮਤਲਬ ਆਪਸ਼ਨ ਨੰਬਰ C ਕੀ ਹੋਊਗਾ, ਕਰੈਕਟ ਆਪਸ਼ਨ। ਅਗਰ ਆਪਾਂ ਨੂੰ ਬਾਕੀ ਆਪਸ਼ਨਾਂ ਬਾਰੇ ਅੰਦਾਜ਼ਾ ਵੀ ਨਹੀਂ ਤਾਂ ਆਪਾਂ ਕਰੈਕਟ ਆਪਸ਼ਨ ਜਿਹੜਾ ਆਪਾਂ ਪੜ੍ਹਿਆ ਉਹਦੇ ਬਾਰੇ ਅੰਦਾਜ਼ਾ ਲਗਾ ਸਕਦੇ ਹਾਂ। ਕੁਐਸਚਨ ਨੰਬਰ 27 ਇਹ ਆਪਾਂ ਕਰ ਚੁੱਕੇ ਹਾਂ ਕਿ ਜਿਹੜਾ HCl ਹੈ ਜਦੋਂ ਆਪਾਂ ਜ਼ਿੰਕ ਦੇ ਵਿੱਚ ਐਡ ਕਰਦੇ ਹਾਂ, ਦਾ ਫੋਲੋਇੰਗ ਆਬਜ਼ਰਵੇਸ਼ਨ ਆਰ ਰਿਕਾਰਡਡ। ਕਿਹੜੀ ਆਬਜ਼ਰਵੇਸ਼ਨ ਆਪਾਂ ਰਿਕਾਰਡ ਕਰਦੇ ਹਾਂ, ਦਾ ਸਰਫੇਸ ਆਫ ਦਾ ਮੈਟਲ ਸ਼ਾਈਨਿੰਗ, ਦਾ ਰਿਐਕਸ਼ਨ ਮਿਕਸਚਰ ਟਰਨਸ ਮਿਲਕੀ, ਆਰਡਰ ਆਫ ਪੰਜੈਂਟ। ਇਹਦੇ ਵਿੱਚ ਕੀ ਹੁੰਦਾ, ਆਪਾਂ ਨੇ ਪੜ੍ਹਿਆ ਸੀ ਕਿ ਜਦੋਂ ਆਪਾਂ HCl ਨੂੰ ਜ਼ਿੰਕ ਦੇ ਵਿੱਚ ਪਾਉਂਦੇ ਹਾਂ ਤਾਂ ਆਪਣੇ ਕੋਲ ਕੀ ਬਣਦਾ ਹੈ, ਜ਼ਿੰਕ ਕਲੋਰਾਈਡ ਪਲੱਸ ਹਾਈਡਰੋਜਨ ਗੈਸ। ਤਾਂ ਇਹਦੇ ਵਿੱਚ ਕੋਈ ਵੀ ਸਾਈਨਿੰਗ ਸਰਫੇਸ ਨਹੀਂ ਬਣਦਾ, ਕੋਈ ਵੀ ਮਿਲਕੀਨੈਸ ਨਹੀਂ ਆਉਂਦੀ, ਠੀਕ ਹੈ। ਇਹਦੇ ਵਿੱਚ ਕੋਈ ਵੀ ਇਹੋ ਜਿਹੀ ਗੈਸ ਨਹੀਂ ਪੈਦਾ ਹੁੰਦੀ ਜਿਹਦੀ ਕਿ ਸਮੈਲ ਬਹੁਤ ਖਰਾਬ ਹੋਵੇ। ਤਾਂ ਆਪਣੇ ਕੋਲ ਆਪਸ਼ਨ ਨੰਬਰ D ਆਊਗਾ। ਕੀ ਹੁੰਦਾ ਇਹਦੇ ਵਿੱਚ, ਇੱਕ ਕਲਰਲੈਸ ਅਤੇ ਆਰਡਰਲੈਸ ਗੈਸ ਪੈਦਾ ਹੁੰਦੀ ਹੈ। ਕਿਹੜੀ, ਹਾਈਡਰੋਜਨ। ਹਾਈਡਰੋਜਨ ਦਾ ਨਾ ਤਾਂ ਕੋਈ ਕਲਰ ਹੁੰਦਾ ਹੈ, ਨਾ ਹੀ ਕੋਈ ਸਮੈਲ ਹੁੰਦੀ ਹੈ। ਕਲਰਲੈਸ ਆਰਡਰਲੈਸ ਗੈਸ ਇਵੋਲਵ ਹੁੰਦੀ ਹੈ ਆਪਣੇ ਕੋਲੇ ਹਾਈਡਰੋਜਨ। ਆਪਸ਼ਨ ਨੰਬਰ D ਕੀ ਹੋ ਗਿਆ, ਕਰੈਕਟ ਆਪਸ਼ਨ। ਨੈਕਸਟ ਆਪਣੇ ਕੋਲੇ ਹੈਗਾ 28। ਆਪਣੇ ਕੋਲੇ ਕੈਮੀਕਲ ਰਿਐਕਸ਼ਨ ਹੈ ਇਹ, ਅਮੋਨੀਅਮ ਦਾ ਆਕਸੀਜਨ ਰਿਐਕਸ਼ਨ ਕਰਕੇ ਆਪਣੇ ਕੋਲੇ ਆਹ ਵਾਲੀ ਚੀਜ਼ ਬਣ ਰਹੀ ਹੈ। ਤਾਂ ਕਹਿੰਦੇ ਇਹਦੇ ਵਿੱਚ ਕੀ ਹੋ ਰਿਹਾ ਹੈ, ਆਪਾਂ ਨੂੰ ਪਤਾ ਹੈ ਕਿ ਇਹਦੇ ਵਿੱਚ ਕੰਬੀਨੇਸ਼ਨ ਹੋ ਰਿਹਾ ਹੈ, ਬਿਲਕੁਲ ਹੋ ਰਿਹਾ। ਦੋ ਚੀਜ਼ਾਂ ਕੰਬਾਈਨ ਹੋ ਕੇ ਕੁਛ ਨਵਾਂ ਬਣਾ ਰਹੀਆਂ ਨੇ, ਤਾਂ ਕੰਬੀਨੇਸ਼ਨ ਹੋ ਰਿਹਾ ਹੈ। ਰਿਡਕਸ਼ਨ ਹੋ ਰਹੀ ਹੈ, ਬਿਲਕੁਲ ਹੋ ਰਹੀ ਹੈ, ਕਿਉਂਕਿ ਇੱਥੋਂ ਹਾਈਡਰੋਜਨ ਨੂੰ ਰਿਮੂਵ ਕਰਾ ਕੇ ਆਕਸੀਜਨ ਹੈ ਜਿਹੜੀ ਨਾਈਟ੍ਰੋਜਨ ਦੇ ਨਾਲ ਅਟੈਚ ਹੋ ਰਹੀ ਹੈ। ਇਹਦਾ ਮਤਲਬ ਆਪਣੇ ਕੋਲੇ ਕੰਬੀਨੇਸ਼ਨ ਵੀ ਹੋ ਰਿਹਾ ਹੈ ਅਤੇ ਆਪਣੇ ਕੋਲੇ ਰਿਡਕਸ਼ਨ ਵੀ ਹੋ ਰਹੀ ਹੈ। ਤਾਂ ਕੀ ਆਊਗਾ ਆਪਣੇ ਕੋਲੇ, ਆਪਸ਼ਨ ਨੰਬਰ B ਇਜ਼ ਦਾ ਕਰੈਕਟ ਆਪਸ਼ਨ। ਕੰਬੀਨੇਸ਼ਨ ਰਿਐਕਸ਼ਨ ਵੀ ਹੈ ਐਜ਼ ਵੈਲ ਐਜ਼ ਰਿਡੌਕਸ ਰਿਐਕਸ਼ਨ ਵੀ ਹੈ। ਕਲੀਅਰ। ਅੱਜ ਦੇ ਆਪਣੇ ਸਾਰੇ ਕੁਐਸਚਨ ਸੀਗੇ। ਕੱਲ੍ਹ ਨੂੰ ਵੀ ਆਪਾਂ ਕੁਛ ਹੋਰ ਕੁਐਸਚਨਸ ਇਸ ਚੈਪਟਰ ਦੇ ਲੈ ਕੇ ਆਵਾਂਗੇ। ਆਈ ਹੋਪ ਤੁਹਾਨੂੰ ਸਭ ਨੂੰ ਸਮਝ ਲੱਗ ਰਿਹਾ ਹੋਊਗਾ, ਵੀਡੀਓਜ਼ ਪਸੰਦ ਆ ਰਹੀਆਂ ਹੋਣਗੀਆਂ। ਅਗਰ ਵੀਡੀਓਜ਼ ਅੱਛੀਆਂ ਲੱਗ ਰਹੀਆਂ ਨੇ, ਵੀਡੀਓਜ਼ ਨੂੰ ਲਾਈਕ ਕਰਿਆ ਕਰੋ, ਸ਼ੇਅਰ ਕਰਿਆ ਕਰੋ ਐਂਡ ਚੈਨਲ ਨੂੰ ਸਬਸਕ੍ਰਾਈਬ ਕਰੋ। ਥੈਂਕ ਯੂ।